ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦਾ ਅੱਜ ਸ਼ਹਾਦਤ ਦਾ ਦਿਨ ਹੈ। ਪਿਛਲੇ ਦਿਨਾਂ ਤੋਂ ਲੈ ਕਰਕੇ ਆਪ ਅੰਮ੍ਰਿਤਮਈ ਬਾਣੀ ਨਾਲ ਜੁੜ ਬੈਠੇ ਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰਾਂ ਨੇ ਜਦੋਂ ਸੂਰਮੇ ਦੀ ਗੱਲ ਕੀਤੀ ਹੈ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੂਰਮਾ ਉਹ ਹੈ ਜਿਹੜਾ ਆਪਣੇ ਅੰਦਰ ਦੇ ਦੁਸ਼ਮਣਾਂ ਦੇ ਨਾਲ ਲੜਦਾ ਹੈ। ਇਹ ਜਿਹੜੇ ਸ਼ਬਦ ਤੁਸੀਂ ਪੜ੍ਹਦੇ ਹੋ ਨਾ, ਗਗਨ ਦਮਾਮਾ ਬਾਜਿਓ, ਇਹ ਸ਼ਬਦ ਬਾਣੀ ਵਿੱਚ ਸਾਧ ਸੰਗਤ ਬੜੀ ਵਾਰੀ ਆਇਆ ਹੈ। ਜਿਵੇਂ ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੂ ਸਮਾਨਾ। ਗਗਨ ਦਾ ਮਤਲਬ ਹੈ ਉੱਚਾ, ਤੇ ਗਗਨ ਦਾ ਭਾਵ ਹੈ ਇਹ ਸਾਡੀ ਸੁਰਤ ਮਤ। ਜਦੋਂ ਇਹਦੇ ਅੰਦਰ ਸਤਿਗੁਰ ਕਹਿੰਦੇ ਨੇ ਗਗਨ ਦਮਾਮਾ ਬਾਜਿਓ, ਜਦੋਂ ਕਿਸੇ ਨੂੰ ਸਮਝ ਆ ਜਾਂਦੀ ਹੈ ਵੀ ਇਹ ਜਿਹੜਾ ਸਰੀਰ ਰੂਪੀ ਖੇਤ ਮਿਲਿਆ ਹੈ, ਇਹ ਸੂਰਮਾ ਬਣ ਕੇ ਜੂਝਣ ਦੇ ਲਈ ਮਿਲਿਆ ਹੈ, ਫਿਰ ਉਹਦੇ ਇਸ ਗਗਨ ਦੇ ਅੰਦਰ, ਸੁਰਤ ਦੇ ਅੰਦਰ ਫਿਰ ਨਾਮ ਦਾ ਦਮਾਮਾ ਵੱਜਦਾ ਹੈ, ਜਿਹਨੂੰ ਸਤਿਗੁਰ ਜੀ ਬਾਣੀ ਅੰਦਰ ਅਨਹਦ ਨਾਦ ਕਹਿੰਦੇ ਨੇ। ਤੇ ਜਿਸ ਵਕਤ ਉਹ ਦਮਾਮਾ ਇਸ ਸੁਰਤ ਦੇ ਅੰਦਰ ਵੱਜਦਾ ਹੈ, ਜਦੋਂ ਚੋਟ ਪੈਂਦੀ ਇਹਦੇ ਤੇ, ਭਾਵ ਜਦੋਂ ਸ਼ਬਦ ਤੇ ਸੁਰਤ ਦਾ ਅਭਿਆਸ ਇੱਕਮਿਕ ਹੁੰਦਾ ਹੈ, ਫਿਰ ਸਤਿਗੁਰ ਕਹਿੰਦੇ ਨੇ ਮਨੁੱਖ ਅੰਤਰ ਆਤਮੇ ਇੰਨਾ ਬਲਵਾਨ ਬਣ ਜਾਂਦਾ ਹੈ ਕਿ ਜਿਹੜੇ ਅੰਦਰ ਦੇ ਕਾਮਾਦਿਕ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਇਹਨਾਂ ਵਿਕਾਰਾਂ ਨੂੰ ਸਹਿਜੇ ਹੀ ਬੰਦਾ ਆਪਣੇ ਵਸ ਵਿੱਚ ਕਰ ਲੈਂਦਾ ਹੈ, ਇਹਨਾਂ ਨੂੰ ਜਿੱਤ ਲੈਂਦਾ ਹੈ। ਵੇਖੋ, ਕਈ ਵਾਰ ਅਕਸਰ ਜਿਹੜੀ ਸੰਸਾਰ ਦੀ ਪਰਿਭਾਸ਼ਾ ਹੈ ਨਾ ਸੂਰਮਿਆਂ ਦੀ, ਉੱਥੇ ਸਰੀਰ ਦੀ ਬਲਵਾਨਤਾ ਵੇਖੀ ਜਾਂਦੀ ਹੈ। ਬੰਦਾ ਸਰੀਰ ਕਰਕੇ ਕਿੰਨਾ ਕੁ ਬਲਵਾਨ ਹੈ। ਇਸੇ ਕਰਕੇ ਨੌਜਵਾਨ ਬੱਚੇ ਆਪਣੀ, ਵੇਖੋ ਵੈਸੇ ਗੁਰੂ ਘਰ ਦੇ ਅੰਦਰ ਬਾਬਾ ਨਾਨਕ ਜੀ ਤੋਂ ਲੈ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਸਿਰਫ ਸਤਿਗੁਰ ਨੇ ਮਨ ਨੂੰ ਸਾਧਣ ਦੀ ਗੱਲ ਨਹੀਂ ਕੀਤੀ, ਤਨ ਨੂੰ ਵੀ ਸੰਭਾਲਣ ਦੀ ਬੜੀ ਗੱਲ ਕੀਤੀ ਹੈ। ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਲ ਅਖਾੜੇ ਸ਼ੁਰੂ ਕੀਤੇ ਸਨ। ਆਪ ਵਿੱਚੋਂ ਜਿਹੜੇ ਇਤਿਹਾਸ ਦੇ ਜਾਣਕਾਰੂ ਨੇ, ਸਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 2 ਤਲਵਾਰਾਂ ਤੇ ਸ਼ਸਤਰ ਲਾਜ਼ਮੀ ਕਰ ਦਿੱਤਾ ਵੀ ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਆਏਗਾ, ਜਿੱਥੇ ਕੀਮਤੀ ਭੇਟਾਵਾਂ ਲੈ ਕੇ ਆਉਂਦਾ, ਉੱਥੇ ਸ਼ਸਤਰ ਵੀ ਲੈ ਕੇ ਆਏਗਾ। ਭੇਟਾਵਾਂ ਦੇ ਨਾਲ ਨਾਲ ਸਤਿਗੁਰ ਨੇ ਹੁਕਮ ਕੀਤਾ, ਗੁਰੂ ਕੇ ਸਿੱਖੋ ਆਪਣੀਆਂ ਜਵਾਨੀਆਂ ਗੁਰੂ ਦੇ ਲੇਖੇ ਲਾਓ, ਗੁਰੂ ਨੂੰ ਭੇਟ ਕਰੋ। ਤੇ ਸੱਚ ਵਿੱਚ ਜਿਨ੍ਹਾਂ ਆਪਣੀ ਜਵਾਨੀ ਗੁਰੂ ਨੂੰ ਭੇਟ ਕਰ ਦਿੱਤੀ, ਮੈਂ ਕਹਿ ਲਵਾਂ ਉਹ ਜੀਵਨ ਦੇ ਅੰਦਰ ਸਭ ਤੋਂ ਵੱਡਾ ਸੂਰਮਾ ਹੈ। ਸਾਧ ਸੰਗਤ, ਜਿਨ੍ਹਾਂ ਆਪਣਾ ਆਪਾ ਗੁਰੂ ਨੂੰ ਭੇਟ ਕਰ ਦਿੱਤਾ, ਉਹ ਨਾ ਅੰਦਰ ਦੇ ਦੁਸ਼ਮਣਾਂ ਤੋਂ ਕਦੀ ਹਾਰੇਗਾ ਤੇ ਨਾ ਬਾਹਰ ਦੇ ਦੁਸ਼ਮਣਾਂ ਤੋਂ ਕਦੀ ਹਾਰੇਗਾ। ਅੱਜ ਅਸੀਂ ਸਭ ਤੋਂ ਵੱਡੀ ਮਾਰ ਇੱਥੇ ਖਾ ਰਹੇ ਹਾਂ ਕਿ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਗੁਰੂ ਦੀ ਇਸ ਦਿੱਤੀ ਹੋਈ ਅੰਮ੍ਰਿਤ ਬਾਣੀ, ਇਸ ਅੰਮ੍ਰਿਤ ਖਜ਼ਾਨੇ ਦੇ ਨਾਲ, ਇਸ ਅੰਮ੍ਰਿਤ ਦੇ ਨਾਲ, ਬਾਣੀ ਰੂਪੀ ਅੰਮ੍ਰਿਤ ਦੇ ਨਾਲ ਅਸੀਂ ਜੋੜ ਨਹੀਂ ਸਕੇ। ਤੇ ਉਹਦਾ ਅੰਜਾਮ ਇਹ ਹੋਇਆ ਕਿ ਸਾਡੇ ਨੌਜਵਾਨ ਬੱਚੇ ਬੇਅੰਤ ਤਾਦਾਦ ਵਿੱਚ ਨਸ਼ਿਆਂ ਦਾ ਰੁੱਖ ਕਰਕੇ ਨਸ਼ਿਆਂ ਵੱਲ ਤੁਰ ਪਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇਸ ਕਰਕੇ 2 ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕੀਤਾ ਹੈ।
मैं इस करके बेनती की क्योंकि सूरमे की गल अक्सर जो शहादत की गल चलेगी उदों नाल नाल सूरमे की गल जरूर चलेगी। तुसी वेख लो पिछले दिनों तो हर गुरु घर विच शब्द पढ़े जा रहे ने जिथे सतगुरु पातशाह जी ने जिन्हां शब्दों के विच मरण की जां सूरमियां की गल की है। इस करके पातशाह जी ने बाणी विच भी बचन कहे। पातशाह कहन लगे मेरे मालक मैं साहिब दा पहलवानड़ा, मैं गुरमिल ऊंच दमालड़ा। मेरे सतगुर ने पातशाह जी ने कृपा की। सब कहते ने जदों ने अपनी थापी दी ना मेरे मोढे ते निहत्थे 5 जवान मैं, फिर जेड़े अंदर 5 जवान बैठे सी सब कहते ने उन्होंने मैं निहत्थे ने उन्होंने मैं काबू विच कर लिया। गुरु की बाणी दे नाल वो जिहड़े 5 अंदर बैठे सन सब कहते निहत्थे 5 जवान मैं गुरथापी दिती कंड जियो। गुरु ने अपनी थापी दी, भाव अपनी असीस दी, अपने बचनों का सहारा दिता ते सतगुर कहते ने उन्होंने 5 नूं मैं अंदर बैठिया नूं जित लिया। सच विच जिहड़ा इन्हां नूं जित लैंदा है गुरु कहंदा सब तो वड्डा सूरमा है। सतगुरु गुरु पातशाह जी दे प्यारियां दी गल जिथे आपां कल संकोची सी, आओ उत्थों ही गल नूं आपां अगे आरंभ करने। आप जितने तन गुरु की गोद विच जुड़ बैठे हो करो किरपा विचार आरंभ करन तो पहला सतगुर की बख्शी हुई फतेह नाल सांझ पाओ जी। वाहिगुरु जी का खालसा वाहिगुरु जी की फतेह। सहब धन गुरु गोबिंद सिंह पातशाह जी दे वड्डे फरजंद धन धन बाबा अजीत सिंह जी, जिन्हां बाबत ਗਿਆਨੀ ਗਿਆਨ ਸਿੰਘ जी ने पंथ प्रकाश ਦੇ ਵਿੱਚ बहुत प्यारे बचन लिखे ने। वो कहंदा ਜਦੋਂ ਸਾਹਿਬਜ਼ਾਦਾ आनंद चमकौर ਦੀ ਗੜੀ ਦੇ ਵਿੱਚੋਂ ਹੱਥ ਵਿੱਚ ਸ਼ਮਸ਼ੀਰ ਫੜ ਕੇ ਘੋੜੇ ਤੇ ਸਵਾਰ ਹੋ ਕੇ ਨਿਕਲੇ ਨੇ ਤੇ ਉਹ ਲਿਖਦੇ ਨੇ ਗੁਰਬਾਲਕ ਰੂਪ ਅਨੂਪਮ ਅੰਗਮ ਪੇਕ ਆਨੰਦ ਸੁਲਾਜੈ। ਬਾਬਾ ਅਜੀਤ ਸਿੰਘ ਜੀ ਦਾ ਚਿਹਰਾ ਇੰਨਾ ਸ਼ੋਭਨੀਕ इन्ना सोहना कहते बस उस चेहरे नूं वेख के कोई बंदा होवे उनकी भुख लै जाती सी। इन्नी सुंदरता दे मालक इन्ना सडोल उन्हां दा तन। वो कहते ने गुरबालक रूप अनूपम अंगम पेक आनंद सुलाजै अत छैल छबीले छटो छप छुंगम छोब छतै छतरी नित छाजै रख खालक मालक तालक सो अरगालक पालक हिंदन लाजै। ਇਹ ਕਾਵ ਦੀ ਵੰਨਗੀ है जी, सारे अखर ਤੁਹਾਨੂੰ ਇੱਕੋ ਵਰਗੇ ਮਿਲਣਗੇ। ਉਹ ਕਹਿੰਦੇ ਨੇ ਸੱਚ ਇੰਨੀ ਸਿਫਤ ਕੀਤੀ ਬਾਬਾ ਅਜੀਤ ਸਿੰਘ ਜੀ ਨੂੰ ਬਾਹਰੀ ਤੌਰ ਤੇ, ਤੋ ਕਹਿੰਦੇ ਸਿਰਫ ਬਾਹਰੀ ਤੌਰ ਤੇ ਹੀ ਨਹੀਂ, ਉਹਨਾਂ ਦੇ ਹੱਥ ਉਹਨਾਂ ਦੇ ਕੋਲੋਂ ਹਾਥੀਆਂ ਨਾਲੋਂ ਵੀ ਜ਼ਿਆਦਾ ਬਾਲੇ। ਅਖੀਰਲੀ ਪੰਕਤੀ ਉਹ ਕਹਿੰਦੇ ਰਖ ਖਾਲਕ ਤਾਲਕ ਮਾਲਕ ਸੋ ਅਰਗਾਲਕ ਬਾਲਕ ਹਿੰਦਨ ਲਾਜੈ। ਕਹਿੰਦੇ ਨੇ ਸੱਚ ਵਿੱਚ ਉਹਨਾਂ ਦੇ ਅੰਦਰ ਦਾ ਬਲ ਕਿਸੇ हाथी तो वध के है। जिस पासे नूं तुर जाते ने वहीरां दियां वहीरां नूं लताड़दे अगे निकल जाते हैं। जदों बाबा अजीत सिंह जी की शहादत हुंदी है कवि अल्लाह यार खां लिखते ने कह लगे सतगुरु पातशाह धन गुरु गोबिंद सिंह साहब जी उच्ची ममटी ते बैठे ने। बाबा अजीत सिंह जी नूं जदों धरती ते डिग्या वेखदे ने ते गुरु गोबिंद सिंह पातशाह कहते ने शाबाश पिशर खूब दलेरी से लड़े हो। पिशर का मतलब होता है पुत्र। हे मेरे पुत्र शाबाश बड़ी दलेरी दे नाल लड़िया है। शाबाश पिशर खूब दलेरी से लड़े हो। हाँ क्यों ना हो गोबिंद के फरजंद बड़े हो। क्यों ना लड़ेगा तू गुरु कलगीधर पातशाह दशमेश पिता का वड्डा पुत्र है। कवि अल्लाह यार खां लिखदा मेरे सतगुरु पातशाह जी ने उत्थे उच्ची जयकारे गुंजाए। सच विच गुरमुखो किसी अदीब की बड़ी प्यारी रचना वो कहता इहो जिहा पिता मैं दुनिया ते ना कदी वेखिया ते ना शायद वेखांगा। उनके बचन बड़े प्यारे ने। कहते रुतबा भी था शौक भी था रुखसत होंगे शहादत को प्यारे। धन गुरु गोबिंद सिंह पातशाह जी दे फरजंद
ਜਿਨ੍ਹਾਂ ਬਾਬਤ ਸਤਿਗੁਰ ਨੇ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਖੜੇ ਹੋ ਕੇ ਸਰਾਣੇ ਤੇ ਬਚਨ ਕੇ ਸੰਥੇ ਚਾਰ, ਹੋ ਅਬ ਦੋ ਹੀ सहर ये भी ना होंगे, हम शुक्र करेंगे अगर ये भी ना होंगे। ਅਕਾਲ ਪੁਰਖ ਨੂੰ ਮੁਖਾਤਬ ਹੋ ਕੇ ਆਖਿਆ ਸੀ, ਮੇਰੇ ਦਾਤਾ ਕੱਲ ਤੱਕ ਮੇਰੇ ਚਾਰੇ ਪੁੱਤਰ ਨਾਲ ਸਨ, ਅੱਜ ਦੋ ਨੇ, ਕੱਲ ਦਾ ਦਿਨ ਚੜ੍ਹਨਾ ਹੈ, ਭਾਵ 8 ਪੋਹ ਦਾ ਦਿਨ ਚੜ੍ਹਨਾ ਹੈ, ਇਹਨਾਂ ਦੋਵਾਂ ਨੇ ਵੀ ਮੇਰੇ ਨਾਲ ਨਹੀਂ ਹੋਣਾ। ਮੇਰੇ ਸਤਿਗੁਰ ਇਹ ਨਾ ਕਹੀਂ ਵੀ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਨੰਦਪੁਰ ਦੇ ਕਿਲੇ ਵਿੱਚ ਹੀ ਤੇਰਾ ਸ਼ੁਕਰ ਕੀਤਾ ਹੈ, ਜਿੱਦਣ ਸਰਸਾ ਤੋਂ ਦੋ ਵਿਛੜੇ ਸਨ ਉਦਣ ਵੀ ਤੇਰਾ ਸ਼ੁਕਰ ਕੀਤਾ, ਤੇ ਜਿੱਦਣ ਕੱਲ ਨੂੰ ਇਹ ਦੋਵੇਂ ਨਹੀਂ ਹੋਣਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਮੈਂ ਉਦੋਂ ਵੀ ਦਾਤਾਰ ਪਿਤਾ ਤੇਰਾ ਸ਼ੁਕਰ ਕਰਾਂਗਾ। ਮੇਰੇ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਸਾਧ ਸੰਗਤ, ਅਸਲ ਵਿੱਚ ਇਹ ਗੱਲਾਂ ਕਹਿਣੀਆਂ ਤੇ ਸੁਣਨੀਆਂ ਬੜੀਆਂ ਸੌਖੀਆਂ ਨੇ, ਤੁਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਪ੍ਰੈਕਟੀਕਲੀ ਸਮਝ ਕੇ ਵੇਖੋ। ਮੈਂ ਕਹਿੰਦਾ ਵੀ ਇੰਨੀ ਅਡੋਲਤਾ ਮੇਰੇ ਸਤਿਗੁਰਾਂ ਨੇ ਸਾਨੂੰ ਬਾਣੀ ਰਾਹੀਂ ਬਖਸ਼ਿਸ਼ ਕੀਤੀ ਹੈ। ਵੇਖੋ ਇਹ ਦਾਤ ਕੋਈ ਸੋਚਦਾ ਜਦੋਂ ਸੁਣਦਾ ਹੈ ਨਾ ਇਸ ਹਿਸਟਰੀ ਨੂੰ ਸੁਣ ਕੇ, ਕਹਿੰਦਾ ਵੀ ਇੰਨੀ ਅਡੋਲਤਾ, ਇੰਨੀ ਵੱਡੀ ਦਾਤ ਇਹ ਕਿਵੇਂ ਹੋ ਸਕਦਾ ਹੈ। ਸੱਚ ਵਿੱਚ ਜਿਹੜਾ ਬਾਣੀ ਨੂੰ ਪੜ੍ਹਨ ਵਾਲਾ ਹੈ ਉਹ ਸਿੱਖ ਕਹਿੰਦਾ ਇਹ ਹੋ ਸਕਦਾ ਹੈ, ਕਿਉਂਕਿ ਇਹ ਸਾਰੀ ਵਡਿਆਈ ਤੇ ਕਰਾਮਾਤ ਅੰਮ੍ਰਿਤ ਬਾਣੀ ਦੀ ਹੈ। ਵੇਖੋ ਇਹ ਕੋਈ ਅਤ ਕਥਨੀ ਨਹੀਂ। ਬਾਬਾ ਸੁਬੇਗ ਸਿੰਘ, ਸ਼ਾਹਬਾਦ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਕਿੰਨੀਆਂ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਲੈਣੀਆਂ ਨੇ। ਹਰ ਇੱਕ ਪਾਤਰ ਨੂੰ ਵੇਖ ਲਵੋ, ਭਾਵੇਂ ਗਿਣਤੀ ਦੇ ਵਿੱਚ ਦੋ ਨੇ, ਹਕੂਮਤ ਸਾਰੀ ਇੱਕ ਪਾਸੇ ਖੜੀਏ, ਪਰ ਦੋ ਦੇ ਹੌਸਲੇ ਨੂੰ ਨਾ ਉਹਨਾਂ ਦੇ ਸ਼ਸਤਰ ਡੋਲਾ ਸਕੇ, ਨਾ ਉਹਨਾਂ ਦੇ ਸ਼ਾਸਤਰ ਡੋਲਾ ਸਕੇ। ਜਿਹੜਾ ਸੱਚ ਨਾਲ ਜੁੜ ਜਾਏ, ਇਹ ਸਾਰੀ ਵਡਿਆਈ ਬਾਣੀ ਦੀ ਹੈ ਸਾਧ ਸੰਗਤ, ਕੋਈ ਹੋਰ ਨਹੀਂ। ਇਸ ਕਰਕੇ ਬਾਣੀ ਨੂੰ ਪੜ੍ਹੋ, ਜਿੰਨਾ ਹੋ ਸਕਦਾ ਬਾਣੀ ਨੂੰ ਆਪ ਪੜ੍ਹੋ, ਸਹਿਜ ਪਾਠ ਰੱਖੋ, ਰੋਜ਼ਾਨਾ 1-2 ਅੰਕ ਜਿੰਨੇ ਵੀ ਹੁੰਦੇ ਨੇ ਬਾਣੀ ਨੂੰ ਸਮਝ ਕੇ ਕਰੋ। ਤੇ ਜਦੋਂ ਬਾਣੀ ਨੂੰ ਸਮਝ ਕੇ ਕਰਾਂਗੇ, ਫਿਰ ਬਾਣੀ ਦੇ ਵਿੱਚੋਂ ਸਾਨੂੰ ਆਪਣਾ ਪ੍ਰੈਕਟੀਕਲ ਜੀਵਨ ਦਿਸੇਗਾ, ਪਤਾ ਲੱਗੇਗਾ ਵੀ ਮੈਂ ਕੀ ਕਰ ਰਿਹਾ, ਮੇਰੇ ਗੁਰੂ ਕੀ ਕਹਿੰਦੇ ਨੇ ਕਰਨ ਦੇ ਲਈ। ਸੱਚ ਵਿੱਚ ਸਾਧ ਸੰਗਤ, ਜੀਵਨ ਜਿਉਣ ਦਾ ਆਨੰਦ ਉਸੇ ਦਿਨ ਹੈ ਜਿੱਦਣ ਤੁਸੀਂ ਬਾਣੀ ਨੂੰ ਸਾਹਮਣੇ ਰੱਖ ਕੇ ਜੀਵਨ ਜਿਓਗੇ, ਉਸ ਤੋਂ ਪਹਿਲਾਂ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਬਤ ਉਸ ਅਦੀਬ ਨੇ ਬੜੇ ਪਿਆਰੇ ਬਚਨ ਲਿਖੇ, ਕਹਿਣ ਲੱਗੇ ਰੁਤਬਾ ਵੀ ਥਾ, शौक भी था, रुखसत होंगे शहादत को सारे, अपने ही बेटों के कटते शीश, चमकौर की गड़ी से गुंजा दिए कलगीधर ने गुंजारे। कहने लगे नहीं नहीं, दुनिया में ऐसा कहीं बाप देखा ना कहीं सार। कहने लगे मैं दुनिया के तख्ते ते इहो जिहा प्यो नहीं वेखिया जिन्ने अपने पुत्रा नूं अपने हत्थी तोड़िया होवे मैदाने जंग विच, ते उहदे मत्थे ते कोई शिकन होवे, उहदे मत्थे ते कोई उदासी होवे। कहन लगे नहीं, सच विच कहन लगे इहो जी बरात भी पहली बार वेखी है। वो कहंदा दुनिया में ऐसा कोई बाप ना देखा कहीं सार, जिसके बेटों की बारात में निकले चमकौर से 5-5 घुड़सवार। कहंदा इन्ना नहीं, ना आई डोली ना आई वापस वो बारात ਜਿਹੜੀ ਬਰਾਤ ਨਿਕਲੀ 5 ਜਣਿਆਂ ਦੀ ਕਿਲੇ ਦੇ ਵਿੱਚੋਂ। ਕਹਿਣ ਲੱਗੇ ਨਾ ਬਰਾਤ ਵਾਪਸ ਆਈ ਨਾ ਡੋਲੀ ਵਾਪਸ ਆਈ, ਪਰ ਸੱਚ ਇਹ ਹੈ, ਕਹਿਣ ਲੱਗੇ ਉਸ ਦਿਨ ਮਾਨੋ ਚਮਕੌਰ ਦੀ ਗੜੀ ਦੇ ਅੰਦਰ ਖੁਦਾ ਨੇ ਆਪ ਇਹਨਾਂ ਲਾਲਾਂ ਦੇ ਨਾਲ ਖੜੇ ਹੋ ਕੇ ਇਹ ਸਾਰੀ ਕਰਾਮਾਤ ਵਰਤਾਈ ਹੋਵੇ। ਉਹਨੇ ਇੱਥੇ ਲਿਆ ਕੇ ਫਿਰ ਅਕਾਲ ਪੁਰਖ ਨੂੰ ਖੜਾ ਕੀਤਾ। ਮੈਂ ਜਿਹੜੀ ਬੇਨਤੀ ਕਰਨੀ ਹੈ, ਇੱਥੇ ਸਾਹਿਬਾਂ ਦੇ ਪਾਵਨ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਹੋਈ। गुरु पिता ने शाबाश दी कि पिछर बड़ी दलेरी नाल लड़िया है, मैनू उम्मीद सी तेरे तो ही तू बड़ी दलेरी नाल लड़ेगा। धन गुरु गोबिंद सिंह पातशाह जी दे जदों फरजंद बाबा अजीत सिंह जी की शहादत हुई, जिवें शहादत नूं वेखिया बाबा जुझार सिंह ने सतगुरु धन गुरु गोबिंद सिंह पातशाह जी के चरनां विच भाई दया सिंह, भाई धर्म सिंह, ये फिर फरियादी बन के गुरु की शरण विच आ गए। सतगुरु किरपा करो, दातार पिता जी बाबा अजीत सिंह मैदाने जंग विच अपने तन का ठीकरा भन चुके ने, मेरे सतगुरु किरपा करो बाबा जुझार सिंह जी नूं, साहिबजादे जुझार सिंह जी नूं तुसीं लै के इत्थों चले जाओ। अजे गलबात चल रही सी,
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਸਿੱਖ ਫਰਿਆਦ ਕਰ ਰਹੇ ਨੇ, ਬੇਨਤੀ ਕਰ ਰਹੇ ਨੇ, ਤੇ ਬਾਬਾ ਜੁਝਾਰ ਸਿੰਘ ਜੀ ਆ ਕੇ ਕੋਲੋਂ ਖੜੇ ਹੋ ਗਏ। ਕਹਿਣ ਲੱਗੇ, ਪਿਤਾ ਜੀ ਮੈਨੂੰ ਆਪਣੇ ਭਰਾ ਤੋਂ ਬਿਨਾਂ ਜੀਣ ਦੀ ਆਦਤ ਨਹੀਂ। 2 ਸਰਸਾ ਤੋਂ ਵਿਛੜ ਗਏ ਛੋਟੇ, ਉਹ ਕਿੱਥੇ ਨੇ ਪਤਾ ਨਹੀਂ। ਅਜੀਤ ਮੇਰੇ ਨਾਲ ਸੀ। ਮੇਰੇ ਸਤਿਗੁਰੂ ਜੀ, ਮੇਰੇ ਪਿਤਾ ਗੁਰੂ ਪਿਤਾ, ਮੈਨੂੰ ਭਰਾਵਾਂ ਤੋਂ ਬਿਨਾਂ ਨਾ ਖਾਣ ਦੀ ਨਾ ਪੀਣ ਦੀ ਆਦਤ, ਕਿਰਪਾ ਕਰੋ। ਜਿੱਥੇ ਮੈਦਾਨੇ ਜੰਗ ਵਿੱਚ ਤੁਸੀਂ ਬਾਬਾ ਅਜੀਤ ਸਿੰਘ ਨੂੰ ਅਸੀਸ ਦੇ ਕੇ ਤੋਰਿਆ ਸੀ, ਉਸੇ ਮੈਦਾਨੇ ਜੰਗ ਵਿੱਚ ਤੁਸੀਂ ਮੈਨੂੰ ਵੀ ਅਸੀਸ ਦੇ ਕੇ ਤੋਰੋ। ਥੋੜ੍ਹਾ ਜਿਹਾ ਹੁਣ ਇਸ ਬਿਰਤਾਂਤ ਨੂੰ ਸਮਝਣਾ ਸਾਧ ਸੰਗਤ। ਇਹ ਇੱਕ ਹੁੰਦਾ ਹੈ ਮੈਦਾਨੇ ਜੰਗ ਵਿੱਚ ਤੁਸੀਂ ਆਵਾਜ਼ ਮਾਰ ਕੇ ਆਖੋ ਵੀ ਆਓ ਬਾਹਰ ਚੱਲੋ ਲੜਨ ਦੇ ਲਈ। ਇੱਕ ਹੁੰਦਾ ਹੈ ਆਪਣੇ ਆਪ ਆ ਕੇ ਖੜੇ ਹੋ ਜਾਣਾ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਬਾਬਾ ਜੁਝਾਰ ਸਿੰਘ ਜੀ ਖੜੇ ਹੋਏ ਨਾ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਖੁਸ਼ ਹੋਏ। ਵੇਖੋ ਕੈਸਾ ਪਿਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਸਿਰਫ ਇੱਕੋ ਹੀ ਪੁੱਤਰ ਹੈ ਕਲੋਂ, ਪਰ ਜਦੋਂ ਉਹਨੇ ਵੀ ਆ ਕੇ ਕਿਹਾ ਵੀ ਮੈਂ ਬਾਹਰ ਜੂਝਣ ਜਾਣਾ ਹੈ, भाई से बिछड़ कर हमें जीना नहीं आता, खाना नहीं, सोना नहीं, पीना नहीं बाता, पिता कृपा करो मैनू भी मैदाने जंग विच तोरो। पिता ने इन्नी खुशी मनाई, गलवकड़ी विच लैके आखिया बेटा मैनू माण है तेरे ते, तू आप आके मैनू ये गल आखी भी पिता मैनू मैदाने जंग विच तोरो जिथे मेरा भरा शहीद होया है। पिता सच है। धन गुरु कलगीधर पातशाह कहन लगे बेटा इन्नी गल कह के मानो तू गुरु नानक दे पंथ नूं बड़ा उच्चा कर दिता है। कौम ते जदों भी पीड़ा पैण गियां, सच्चे तेरे वर्गे नौजवान वो अपना सीस तली ते रख के कौम दे लई अगे आके जूझणगे, लड़नगे ते शहीदियां प्राप्त करनगे। हकीकत है गुरमुखो, ये गुरु नानक दा पंथ है। इत्थे किसी नूं आवाज़ नहीं मारनी पैंदी। देखो असी बेशक किन्ने दावे करिए भी किसी ने जिंदे अंदर प्यार पैदा हो गया। इत्थे जदों आ तुसी वेखो पिछे बाइबल कला दा जिहड़ा कांड होया सी, जदों सतगुरु गुरु ग्रंथ साहिब पातशाह जी दी जिहड़े स्वरूप चोरी होए सन, जदों उन्हां लई सारा चोरी होए, भावां गुरु घर दे विचों किसे ढंग नाल दिते गए पैसे दे पिछे, पर जदों सारा कुछ बिरतांत वापरिया, गोली चली, सरकार वल्लों गोलियां चलाईयां गईयां, ध्यान देना उदों नौजवान जिहड़ा अगे आया सी, भावें उन्हें केस कतल किए सन, पर वेखो दर्द किन्ना सी उहदे अंदर। मैं फिर बेनती करदा, सिर्फ बाहरी तौर ते ना वेखीए, अंदर उहदे स्पिरिट वेखीए। हाँ हो सकता है कारण कोई होवे, गुरु वाला ना बनिया होवे, पर उहदे अंदर दा भाव, उहदे अंदर दी भावना नूं तकीए भी वो गुरु दे शब्द नाल, गुरु दी विचार नाल किन्ना कुछ जुड़िया। मेरे सतगुरु पातशाह जी ने बाबा जुझार सिंह जी नूं अपने कोलों बुलाया। जदों कोलों आए ना, सतगुर ने अपने हत्थां नाल उन्हां नूं तैयार किया। सब कहन लगे लुआओ तने पाक पे हथियार सजा दे, छोटी सी कमान नन्ही सी तलवार सजा दे, हम देते हैं खंजर इसे शमशीर समझना, नेजे की जगह दादा का तुम तीर समझना, जितने मरे इससे उन्हें बेपीर समझना, रोना नहीं बेटा दिलगीर समझना। एक गल चेते रखी, जदों तीर आके तेरे कलेजे चू वजे बेटा सी ना करी, जब तीर आ कलेजे में लगे सी नहीं करना, उफ मुँह से मेरी जान कभी भी नहीं करना। मेरे पुत्र तू चले आए जामे शहादत पीण दे लई, कलेजे चू तीर वजे ते मेरे बेटा तू उत्थे सी नहीं करनी। वेख अपने दादे नूं याद कर लई, धन गुरु तेग बहादुर साहब जी नूं चेते कर लई। वेखो ये हुंदी है एक पिता दी अपने बच्चे नूं संसार दे अंदर दिती हुई अगवाई। कोई होवे संसार दे अंदर, वेखो साध संगत, बच्चा जवान हो जाए, असी उहनूं कहन लगे भी डरदे आ भी किते बोल दिता, ये असल विच होया क्यों सब कुछ, भी जे कुछ बोल दिता किते ऐसा ना होवे कोई गलत कदम चुक ले। सानू डर इस करके है क्योंकि असी उहनूं सही मार्ग अज तक दस्सिया ही नहीं। जे उहनूं सही मार्ग दस्सिया हुंदा, वो सही मार्ग अख्तियार किवें करेगा, क्योंकि उन्हें सानू वेखिया है। असी अज तक मार्ग तो टुटे हुए हाँ। जे असी मार्ग नाल जुड़े होवांगे, सच जाणिओ दुनिया की कोई ताकत नहीं। जे आप मार्ग नाल जुड़े होवांगे तो कोई दुनिया की ताकत नहीं जिहड़ी सानू मार्ग नालों तोड़ सके।
ਮੈਂ ਬੜੀ ਵਾਰੀ ਬੇਨਤੀ ਕਰਨਾ ਉਹਨਾਂ, ਮਹਾਰਾਜਾ ਦਲੀਪ ਸਿੰਘ ਜੀ ਦੀ ਉਦਾਹਰਨ ਸਾਡੇ ਸਾਹਮਣੇ, ਮੈਂ ਬਾਹਰ ਨਾ ਜਾਵਾਂ, ਸਿਰਫ ਬੇਨਤੀ ਜਿਹੜੀ ਗੱਲ ਤੁਰੀ ਹੈ, ਕਿਉਂਕਿ ਆਪਾਂ ਨਾਲ ਨਾਲ ਆਪਾਂ ਆਪਣਾ ਵਰਤਮਾਨ ਵੇਖਣਾ ਹੈ, ਇਤਿਹਾਸ ਵਿੱਚੋਂ ਆਪਣੇ ਵਰਤਮਾਨ ਨੂੰ ਵੇਖਣਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਇੰਨੀ ਅਸੀਸ, ਜਦੋਂ ਆਪਾਂ ਮਹਾਰਾਜਾ ਦਲੀਪ ਸਿੰਘ ਦੀ ਗੱਲ ਕਰਨੇ ਆ, ਬੇਸ਼ੱਕ ਸਮਾਂ ਆਇਆ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਏ, 1849 ਨੂੰ ਪੰਜਾਬ ਤੇ ਅੰਗਰੇਜ਼ ਕਾਬਜ ਹੋ ਜਾਂਦੇ ਨੇ। ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਧਰਮ ਦੇ ਵਿੱਚ ਕਨਵਰਟ ਕਰਕੇ ਇੰਗਲੈਂਡ ਲੈ ਜਾਂਦੇ ਨੇ, ਤੇ ਮਹਾਰਾਣੀ ਜਿੰਦਾ ਇੱਥੇ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਰੋ ਰੋ ਕੇ ਅੱਖਾਂ ਤੋਂ ਅੰਨੀ ਹੋ ਜਾਂਦੀ ਏ। ਇੱਕ ਦਿਨ ਸਮਾਂ ਆਉਂਦਾ ਹੈ ਜਿਦਨੋਂ ਦੀ ਫਰਿਆਦ ਸੁਣੀ ਜਾਂਦੀ ਏ, ਮਹਾਰਾਜਾ ਦਲੀਪ ਸਿੰਘ ਇੰਗਲੈਂਡ ਦੀ ਧਰਤੀ ਤੋਂ ਭਾਰਤ ਵਾਪਸ ਆਉਂਦੇ ਨੇ, ਆਪਣੇ ਪਿਤਾ ਨੂੰ, ਆਪਣੇ ਪੁੱਤਰ ਨੂੰ ਮਿਲਣ ਦੇ ਲਈ ਏਅਰਪੋਰਟ ਤੇ ਜਾਂਦੀ ਏ। ਜਦੋਂ ਆਪਣੇ ਪੁੱਤਰ ਨੂੰ ਮਿਲਣ ਜਾਂਦੀ ਏ, ਮੈਂ ਸਿਰਫ ਬਿਰਤਾਂਤ ਸੰਖੇਪ ਵਿੱਚ ਬੇਨਤੀ ਕਰਨ ਲੱਗਾ, ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ, ਤੇ ਮਹਾਰਾਣੀ ਜਿੰਦਾ ਆਪਣੇ ਪੁੱਤਰ ਦੇ ਸਿਰ ਤੇ ਅਸੀਸ ਦਾ ਹੱਥ ਰੱਖਦੀ ਏ, ਸਿਰ ਤੇ ਜੂੜਾ ਨਹੀਂ ਵੇਖਦੀ। ਤੇ ਉਸੇ ਵਕਤ ਜਦੋਂ ਸਿਰ ਤੇ ਜੂੜਾ ਮਹਿਸੂਸ ਨਾ, ਕਿਉਂਕਿ ਅੱਖਾਂ ਤੋਂ ਦਿਸਦਾ ਨਹੀਂ ਸੀ, ਜੂੜਾ ਮਹਿਸੂਸ ਨਾ ਹੋਇਆ, ਸਿਰ ਦੇ ਵਾਲ ਮੋਨਾ ਸੀ ਸਿਰੋਂ, ਕਿਉਂਕਿ ਈਸਾਈ ਧਰਮ ਵਿੱਚ ਉਹਨੂੰ ਕਨਵਰਟ ਕਰ ਦਿੱਤਾ ਗਿਆ ਸੀ, ਛੋਟੀ ਆਰਬਲਾ ਸੀ, ਸਮਝ ਨਹੀਂ ਸੀ। ਤੇ ਜਦੋਂ ਸਿਰ ਤੇ ਹੱਥ ਫੇਰਿਆ, ਕੇਸ ਕੋਈ ਨਹੀਂ, ਜੂੜਾ ਕੋਈ ਨਹੀਂ, ਉਸ ਵਕਤ ਵਗਾ ਕੇ ਹੱਥ ਨਾਲ ਬਾਬਾ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਨੇ ਵਗਾ ਕੇ ਪਿੱਛੇ ਕੀਤਾ। ਪੁੱਤਰ ਨੇ ਪੁੱਛਿਆ, ਮਾਂ ਕੀ ਗੱਲ? ਮੈਂ ਅਸੀਸਾਂ ਮਾਲਕ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਤੁਹਾਡੇ ਤੱਕ ਪਹੁੰਚ ਕੀਤੀ ਏ। ਮਾਲਕ ਨੇ ਬੜਾ ਤਰਸ ਕੀਤਾ, ਅੱਜ ਮੈਨੂੰ ਮੇਰੀ ਮਾਂ ਮਿਲੀ ਤੇ ਉਹ ਮੈਨੂੰ ਆਪਣੇ ਤੋਂ ਦੂਰ ਕਰਨੀ ਏ। ਮਹਾਰਾਣੀ ਜਿੰਦਾ ਨੇ ਆਖਿਆ, ਤੂੰ ਮੇਰਾ ਪੁੱਤਰ ਦਲੀਪ ਨਹੀਂ ਹੋ ਸਕਦਾ। ਕਹਿਣ ਲੱਗੀ, ਮਾਤਾ ਕਿਉਂ? ਕਹਿਣ ਲੱਗੇ, ਇਸ ਕਰਕੇ ਜੇ ਤੂੰ ਮੇਰਾ ਦਲੀਪ ਹੁੰਦਾ ਤੇ ਤੇਰੇ ਸਿਰ ਤੇ ਦਸਤਾਰ ਹੋਣੀ ਸੀ। ਦਲੀਪ ਸਿੰਘ ਨੂੰ ਸਮਝ ਨਹੀਂ ਸੀ, ਦੂਰ ਹੋਇਆ। ਪਰ ਅੱਜ ਮਾਂ ਨੇ ਜਦੋਂ ਇੰਨੀ ਗੱਲ ਆਖੀ, ਉਹਨੇ ਪ੍ਰਣ ਕੀਤਾ, ਮੁੜ ਕੇ ਉਹਨੇ ਆਪਣੇ ਸਿਰ ਦੇ ਕੇਸ ਰੱਖੇ ਤੇ ਸਿਰ ਤੇ ਦਸਤਾਰ ਸਜਾਈ। ਇਹ ਹੁੰਦਾ ਹੈ ਸਾਧ ਸੰਗਤ, ਜੇ ਅਸੀਂ ਜੁੜੇ ਹੋਵਾਂਗੇ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਾਡੇ ਬੱਚਿਆਂ ਨੂੰ ਤੋੜ ਦੇਵੇ। ਤੇ ਜੇ ਅਸੀਂ ਆਪ ਹੀ ਨਹੀਂ ਜੁੜੇ, ਅਸੀਂ ਕਿੱਥੋਂ ਇਸ ਚੀਜ਼ ਦੀ ਉਮੀਦ ਕਰਾਂਗੇ ਵੀ ਸਾਡੇ ਬੱਚੇ ਜੁੜ ਜਾਣ? ਉਹਨਾਂ ਤੇ ਸਾਨੂੰ ਹੀ ਵੇਖਣਾ ਹੈ ਨਾ, ਸਮਾਜ ਵਿੱਚ ਅਸੀਂ ਕਿਵੇਂ ਜੀ ਰਹੇ ਹਾਂ। ਇਸ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵਿੱਚ ਤੋਰਿਆ। ਸਤਿਗੁਰੂ ਪਾਤਸ਼ਾਹ ਜੀ ਦੇ ਛੋਟੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ, ਉਹ ਵੀ ਮੈਦਾਨੇ ਜੰਗ ਵਿੱਚ ਜੂਝਦੇ ਆ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। 5 ਪਿਆਰਿਆਂ ਦੇ ਵਿੱਚੋਂ 2 ਪਿਆਰੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਮੈਦਾਨ ਜੰਗ ਵਿੱਚ ਜਾਂਦੇ ਨੇ, ਜਿਨ੍ਹਾਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ, 3 ਪਿਆਰੇ ਤੇ ਸ਼ਹੀਦ ਹੋ ਗਏ ਨੇ ਚਮਕੌਰ ਦੇ ਅੰਦਰ। 5 ਪਿਆਰਿਆਂ ਦੇ ਵਿੱਚੋਂ 2 ਪਿਆਰੇ ਨੇ ਹੁਣ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਸਤਿਗੁਰੂ ਜੀ ਰਾਤ ਨੂੰ ਆਨੰਦਪੁਰ ਦੇ ਕਿਲੇ ਤੋਂ ਨਿਕਲਦੇ ਨੇ। ਇੱਧਰੋਂ ਸਾਧ ਸੰਗਤ ਜੀ ਜਦੋਂ ਸਰਸਾ ਨਦੀ ਤੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਿਛੜਦੇ ਨੇ, ਤੇ ਇਹ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਅੱਗੇ ਚੱਲਦਿਆਂ ਕੁੰਮੇ ਮਾਸ਼ਕੀ ਦੀ ਛੰਨ ਤੱਕ ਪਹੁੰਚਦੇ ਨੇ। ਮੈਂ ਸਿਰਫ ਸੰਖੇਪ ਵਿੱਚ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਹੈ। ਕੁੰਮੇ ਮਾਸ਼ਕੀ ਦੀ ਛੰਨ ਤੱਕ ਜਦੋਂ ਪਹੁੰਚਦੇ ਨੇ, ਇੱਥੇ ਕੁੰਮਾ ਮਾਸ਼ਕੀ, ਉਹਦੀ ਇੱਕ ਛੰਨ, ਕੱਚਾ ਜਿਹਾ ਘਰ ਬਣਿਆ, ਜਿਹੜਾ ਕਾਨਿਆਂ ਦੇ ਨਾਲ, ਘਾਹ ਦੇ ਨਾਲ ਉਹਨੇ ਆਪਣੇ ਘਰ ਦੀ ਛੱਤ ਬਣਾਈ ਹੈ। ਇਹ ਅਸਲ ਵਿੱਚ ਇਹਦਾ ਨਾਮ ਇਤਿਹਾਸ ਵਿੱਚ ਕੁੰਮਾ ਮਾਸ਼ਕੀ ਕਰਕੇ ਆਇਆ। ਮਾਸ਼ਕੀ ਦਾ ਭਾਵ ਸੀ ਮਸ਼ਕ ਭਰਨ ਵਾਲਾ, ਪਾਣੀ ਭਰਨ ਵਾਲਾ। ਇਹ ਜਿੱਥੇ ਸਵੇਰ ਨੂੰ ਪਾਣੀ ਭਰਦਾ ਸੀ, ਉੱਥੇ ਸ਼ਾਮ ਲੋਕਾਂ ਦੇ ਘਰਾਂ ਦੇ ਵਿੱਚ, ਕਿਉਂਕਿ ਮਾਸ਼ਕੀ ਹੁੰਦੇ ਸਨ ਜਿਹੜੇ ਇਹਨਾਂ ਦਾ ਕੰਮ ਸੀ, ਉੱਥੇ ਇਹ ਪਤਨ ਦੇ, ਇੱਥੇ ਜਿਹੜੀ ਸਰਸਾ ਨਦੀ ਸੀ, ਇਹਦੇ ਪਤਨ ਤੇ ਬੈਠ ਕੇ ਨਾਵ ਚਲਾਉਂਦਾ ਸੀ। ਜਿਹੜੇ ਯਾਤਰੂ ਹੁੰਦੇ ਸੀ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਕੇ ਜਾਣਾ, ਇਹਦਾ ਨਾਮ ਕੁੰਮਾ ਮਾਸ਼ਕੀ ਵੀ ਹੈ। ਫਿਰ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਵੀ ਇਹ ਅਸਲ ਵਿੱਚ ਹਿੰਦੂ ਸੀ ਜੀ, ਕੁੰਮਾ ਮਾਸ਼ਕੀ ਜਿਹੜਾ ਸੀ। ਇਹ ਬਾਅਦ ਵਿੱਚ ਜਦੋਂ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਵੀ ਮੈਂ ਕੋਈ ਹਿੰਦੂ ਨਹੀਂ ਰਹਿਣ ਦੇਣਾ, ਇਹਨੇ ਆਪਣਾ ਧਰਮ ਕਨਵਰਟ ਕੀਤਾ ਸੀ, ਬਦਲਿਆ ਸੀ।
ਇਹਨੇ ਬਾਅਦ ਵਿੱਚ ਇਤਿਹਾਸ ਵੀ ਲਿਖਦੇ ਨੇ, ਬਾਅਦ ਵਿੱਚ ਇਹ ਜਿਹੜਾ ਕੁੰਮਾ ਸੀ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੰਥ ਵਿੱਚ ਸ਼ਾਮਲ ਹੁੰਦਾ ਹੈ। ਖੈਰ ਕੁੰਮੇ ਮਾਸ਼ਕੀ ਨੇ ਇੱਥੇ ਜਦੋਂ ਮਾਤਾ ਗੁਜਰ ਕੌਰ ਨੇ ਦੇ ਘਰ ਦੇ ਬਾਹਰ ਆਵਾਜ਼ ਦਿੱਤੀ, ਇਹਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਸਾਹਿਬਾਂ ਦੇ ਪਰਿਵਾਰ ਬਾਬਤ ਇਹਨੇ ਪਹਿਲੋਂ ਗੱਲਾਂ ਬਹੁਤ ਸੁਣੀਆਂ ਸਨ। ਅੱਜ ਮਾਤ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਸਾਹਮਣੇ ਵੇਖਿਆ। ਸਤਿਗੁਰ ਪਾਤਸ਼ਾਹ ਜੀ ਦੇ ਫਰਜ਼ੰਦ, ਅਸਲ ਵਿੱਚ ਕਵੀ ਲਿਖਦਾ ਹੈ, ਕਵੀ ਅੱਲਾ ਯਾਰ ਖਾਂ, ਵੀ ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਤੋਂ ਸਰਸਾ ਤੋਂ ਬਾਹਰ ਨਿਕਲੇ ਨਾ, ਤੇ ਥੋੜ੍ਹੀ ਦੂਰੀ ਤੇ ਜਾ ਕੇ, ਕਿਉਂਕਿ ਤਨ ਦੇ ਵਸਤਰ ਵੀ ਭਿੱਜੇ ਨੇ, ਮਾਤਾ ਨੇ ਜਿਹੜੀ ਖੱਚਰ ਸੀ ਜਿੰਦੇ ਤੇ ਸਮਾਨ ਰੱਖਿਆ ਸੀ, ਕੱਪੜੇ ਆਦਿਕ, ਉਹ ਮਾਤਾ ਨੇ ਗਠੜੀ ਖੋਲ੍ਹੀ, ਧੁੱਪ ਦੇ ਵਿੱਚ ਸੁਕਾਉਣ ਲਈ। ਉੱਥੇ ਕਿਸੇ ਥਾਂ ਦੀ ਓਟ ਲੈ ਕੇ ਸਾਹਿਬਜ਼ਾਦਿਆਂ ਦੇ ਜਿਹੜੇ ਤਨ ਦੇ ਵਸਤਰ ਸਨ ਉਹ ਸੁਕਾਏ। ਤੇ ਉੱਥੇ ਇਤਿਹਾਸ ਲਿਖਦਾ ਹੈ, ਬਾਬਾ ਫਤਿਹ ਸਿੰਘ ਜੀ ਜਿਹੜੇ ਸਭ ਤੋਂ ਛੋਟੇ ਨੇ, ਉਹ ਮਾਤ ਗੁਜਰ ਕੌਰ ਨੂੰ ਕਹਿੰਦੇ ਨੇ, ਮਾਤਾ ਜੀ ਦਰਿਆ ਮੇਂ ਹਮਕੋ ਛੋੜ ਕੇ ਰਾਹੀ ਕਿੱਧਰ ਗਏ। ਵੀ ਸਾਡੇ ਨਾਲ ਲਾਹੂ ਲਸ਼ਕਰ ਸੀ ਨਾ, ਇੰਨੇ ਸਿੱਖ ਸਨ, ਗੁਰੂ ਸੀ, ਗੁਰੂ ਪਿਤਾ ਸੀ, ਵੱਡੇ ਭਰਾ ਸਨ, ਕਿੱਧਰ ਚਲੇ ਗਏ। ਦਰਿਆ ਮੇਂ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਫਾ ਕੇ ਹਾਏ ਸੂਰਤੇ ਮਾਹੀ ਕਿੱਧਰ ਗਏ। ਮੇਰੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹ ਕਿੱਧਰ ਚਲੇ ਗਏ ਨੇ। ਭਗਾ ਕੇ ਲਸ਼ਕਰ ਅੱਬੂ ਕਿੱਧਰ ਗਏ, ਜਿਹੜੇ ਸਾਡੇ ਨਾਲ ਲਸ਼ਕਰ ਸੀ, ਸ਼ਾਹੀ ਲਸ਼ਕਰ, ਉਹ ਕਿੱਧਰ ਚਲਾ ਗਿਆ। ਤੇ ਨਾਲ ਬਚਨ ਕਿਹਾ, ਕਹਿਣ ਲੱਗੇ, ਮਾਤਾ ਤੂੰ ਜਵਾਬ ਦੇ ਸਾਨੂੰ ਵੀ ਜਿਹੜੇ ਸਾਡੇ ਭਰਾਤਾ ਸਨ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ। ਹੁਣ ਧਿਆਨ ਦੇਣਾ, ਇਹ ਗੁਫ਼ਤਗੂ ਹੈ, ਇਹ ਉਹ ਵਿਚਾਰ ਹੈ ਜਿਹੜੀ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੇ ਨਾਲ ਕਰਦੇ ਨੇ, ਕਿਉਂਕਿ ਅਜੇ ਤੱਕ ਕਦੀ ਐਸਾ ਬਿਰਤਾਂਤ ਨਹੀਂ ਸੀ ਵੇਖਿਆ ਉਹਨਾਂ ਨੇ। ਆਨੰਦਪੁਰ ਸਾਹਿਬ ਦਾ ਕਿਲ੍ਹਾ ਸਾਧ ਸੰਗਤ, ਜਿੱਥੇ ਭਾਈ ਚੋਪਾ ਸਿੰਘ ਵਰਗੇ ਜਿਨ੍ਹਾਂ ਨੇ ਰਹਿਤਨਾਮੇ ਲਿਖੇ ਨੇ, ਬੜੇ ਵਿਦਵਾਨ ਸੱਜਣ, ਜਿਹੜੇ 52 ਕਵੀਆਂ ਵਿੱਚੋਂ ਸ੍ਰੇਸ਼ਟ ਕਵੀ ਸਨ, ਉਹ ਇਹਨਾਂ ਸਾਹਿਬਜ਼ਾਦਿਆਂ ਨੂੰ, ਬਾਬਾ ਫਤਿਹ ਸਿੰਘ ਨੂੰ ਆਪਣੇ ਗਧਾੜੇ ਤੇ ਬਿਠਾ ਕੇ ਤੁਰਦੇ ਸਨ। ਅੱਜ ਤੱਕ ਕਦੀ ਐਸਾ ਦ੍ਰਿਸ਼ ਨਹੀਂ ਸੀ ਵੇਖਿਆ ਸਾਹਿਬਜ਼ਾਦਿਆਂ ਨੇ। ਅੱਜ ਮਾਨੋ ਸਾਹਿਬਜ਼ਾਦਿਆਂ ਦੇ ਸਾਹਮਣੇ ਇੱਕ ਨਵੀਂ ਪ੍ਰੀਖਿਆ ਸੀ। ਉਹਨਾਂ ਨੇ, ਮੈਂ ਬੇਨਤੀ ਕਰਾਂ ਵੀ ਸੱਚ ਵਿੱਚ ਇਹ ਪ੍ਰੀਖਿਆ ਸਾਹਿਬਜ਼ਾਦਿਆਂ ਦੇ ਨਹੀਂ, ਮਾਨੋ 239 ਸਾਲ ਦੇ ਸਮੇਂ ਦੀ ਉਹ ਪ੍ਰੀਖਿਆ ਸੀ ਜਿੱਦੋਂ ਬਾਬੇ ਨਾਨਕ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਅੱਜ 239 ਸਾਲ ਤੋਂ ਬਾਅਦ ਅੱਜ ਇਹ ਪ੍ਰੀਖਿਆ ਸੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਸੱਚ ਵਿੱਚ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਕੇ ਪੰਥ ਨੂੰ ਚੜ੍ਹਦੀਆਂ ਕਲਾ ਦਾ ਰੁਤਬਾ ਦਿੱਤਾ। ਇਹ ਉਹ ਵਡਿਆਈ ਹੈ ਜਿਹੜੀ ਇਹ 239 ਸਾਲ ਦੇ ਇੱਕ ਦੋ ਦਿਨ ਦੀ ਗੱਲ ਨਹੀਂ ਸਾਧ ਸੰਗਤ, ਇਹ ਉਹ ਵਿਚਾਰ ਹੈ ਅੰਦਰ ਜਿਹੜੀ 239 ਸਾਲ ਵਿੱਚ ਅੰਦਰ ਭਰੀ ਗਈ ਹੈ। ਇੱਥੇ ਕੁੰਮੇ ਮਾਸ਼ਕੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਰਾਤ ਰੁਕਦੇ ਨੇ। ਇਹਦੇ ਕੋਲੋਂ, ਕਿਉਂਕਿ ਪਿੰਡ ਤੋਂ ਬਾਹਰ ਇਹਦੀ ਛੰਨ ਸੀ, ਖਾਣ ਪੀਣ ਦਾ ਇਹਦੇ ਕੋਲੋਂ ਕੋਈ ਸਾਧਨ ਨਹੀਂ ਸੀ। ਇਹਨੇ ਜੋ ਇਹਦੇ ਕੋਲੋਂ ਬਸਤਰ ਸਨ ਮਾਤਾ ਜੀ ਨੂੰ ਦਿੱਤੇ ਰਾਤ ਨੂੰ ਉੱਤੇ ਲੈਣ ਦੇ ਲਈ, ਤੇ ਨਾਲ ਬੇਨਤੀ ਕੀਤੀ ਵੀ ਮਾਤਾ ਜੀ ਤੁਸੀਂ ਰੁਕੋ, ਮੈਂ ਹੁਣੇ ਜਾਣਾ ਪਿੰਡ ਵਿੱਚ ਕੋਈ ਖਾਣ ਪੀਣ ਦਾ ਬੰਦੋਬਸਤ ਕਰਕੇ ਲਿਆਣਾ। ਇਹ ਪਿੰਡ ਗਿਆ। ਇਤਿਹਾਸ ਲਿਖਦਾ ਜਿਹੜੀ ਪਿੰਡ ਅੰਦਰ ਇੱਕ ਬ੍ਰਾਹਮਣੀ ਜਿਹਨੂੰ ਕਿਹਾ ਜਾਂਦਾ ਲక్ష్ਮੀ ਬ੍ਰਾਹਮਣੀ ਬ੍ਰਾਹਮਣ ਜਾਤ ਦੀ ਸੀ, ਜਿਹਨੂੰ ਬੀਬੀ ਲక్ష్ਮੀ ਵੀ ਕਿਹਾ ਇਤਿਹਾਸ ਵਿੱਚ। ਇਹ ਅਸਲ ਵਿੱਚ ਇਹਦੇ ਘਰ ਦੇ ਵਿੱਚ ਇਕੱਲੀ ਸੀ। ਇਹਦੇ ਸਿਰ ਦਾ ਸਾਈਂ ਵੀ ਚਲਾ ਗਿਆ ਸੀ, ਇਹਦੇ ਬੱਚੇ ਵੀ ਕੋਈ ਨਹੀਂ ਸਨ, ਇਕੱਲੀ ਰਹਿੰਦੀ ਸੀ। ਕੋਈ ਪਿੰਡ ਦਾ ਆਇਆ ਗਿਆ ਹੁੰਦਾ ਸੀ ਤੇ ਇਹ ਇੰਨੀ ਉਦਾਰ ਚਿੱਤ ਸੀ ਵੀ ਬੀਬੀ ਲక్ష్ਮੀ ਦੇ ਘਰ ਦੇ ਵਿੱਚੋਂ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੁੰਦੀ ਸੀ ਤੇ ਕਹਿ ਦਿੰਦੇ ਸਨ। ਕੁੰਮਾ ਮਾਸ਼ਕੀ ਇਹਦੇ ਘਰ ਵਿੱਚ ਗਿਆ ਤੇ ਇਹਨੇ ਜਾ ਕੇ ਸਾਰੀ ਗੱਲ ਦੱਸੀ। ਇਹਨੇ ਘਰ ਵਿੱਚ ਜੋ ਕੁਝ ਰੁੱਖਾ ਮਿੱਸਾ ਸੀ ਭੋਜਨ ਤਿਆਰ ਕੀਤਾ, ਕੁੰਮੇ ਮਾਸ਼ਕੀ ਨੂੰ ਦਿੱਤਾ ਤੇ ਨਾਲ ਕਿਹਾ, ਕੁੰਮਿਆਂ ਦਾ ਲੈ ਜਾ, ਮੈਂ ਸਵੇਰੇ ਆਵਾਂਗੀ, ਨਾਲੇ ਸਵੇਰ ਦਾ ਭੋਜਨ ਤਿਆਰ ਕਰਕੇ ਆਵਾਂਗੀ। ਇਹ ਰਾਤ ਨੂੰ ਕੁੰਮਾ ਮਾਸ਼ਕੀ ਜਾ ਕੇ ਮਾਤਾ ਨੂੰ, ਸਾਹਿਬਜ਼ਾਦਿਆਂ ਨੂੰ ਉਹ ਲੰਗਰ ਛਕਾਉਂਦਾ ਹੈ। ਸਵੇਰੇ ਬੀਬੀ ਲక్ష్ਮੀ ਬ੍ਰਾਹਮਣੀ ਜਿਹੜੀ ਆਪ ਆਂਦੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ। ਇੱਥੇ ਮਾਤਾ ਗੁਜਰ ਕੌਰ ਜੀ ਅਤੇ ਕੁੰਮਾ ਮਾਸ਼ਕੀ ਲక్ష్ਮੀ ਬ੍ਰਾਹਮਣੀ ਇਹ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਨੇ। ਇੱਥੇ ਇਤਿਹਾਸ ਲਿਖਦਾ ਗੰਗੂ ਨੂੰ ਜਦੋਂ ਪਤਾ ਲੱਗਾ ਸੀ ਵੀ ਸਰਸਾ ਨੂੰ ਸਤਿਗੁਰ ਜੀ ਪਾਰ ਕਰਕੇ ਨਿਕਲੇ ਨੇ ਤੇ ਇਹ
ਕਿਸੇ ਸਿੱਖ ਦੀ ਖੋਜ ਭਾਲ ਕਰਦਿਆਂ ਇਹ ਕੁੰਮੇ ਮਾਸ਼ਕੀ ਦੇ ਘਰ ਪਹੁੰਚਿਆ ਸੀ। ਹਾਲਾਂਕਿ ਇਹਨੂੰ ਇਹ ਸੀ ਵੀ ਕੋਈ ਮੈਨੂੰ ਗੁਰੂ ਦਾ ਸਿੱਖ ਮਿਲ ਜਾਏ, ਮੈਨੂੰ ਕੋਈ ਗੁਰੂ ਦਾ ਪਿਆਰਾ ਮਿਲ ਜਾਏ। ਇੱਥੋਂ ਤੱਕ ਇਹਦਾ ਮਨ ਅਜੇ ਤੱਕ ਸਾਫ਼ ਸੀ, ਇਹਦੇ ਅੰਦਰ ਅਜੇ ਕੋਈ ਐਸੀ ਗੱਲ ਨਹੀਂ ਸੀ। ਧਿਆਨ ਦੇਣਾ, ਗੱਲ ਚੇਤੇ ਰੱਖੀਏ ਸਾਧ ਸੰਗਤ, ਕਦੀ ਨਾ ਮਾਣ ਕਰਕੇ ਆਪਣੇ ਤੇ ਪੁੱਤਰਾਂ ਤੇ ਆਖੀਏ ਜੀ ਨਹੀਂ ਮੈਂ ਐਸਾ, ਮੇਰੇ ਪੁੱਤਰ ਐਸੇ। ਮੇਰੇ ਸਾਹਿਬ ਕਹਿੰਦੇ ਨੇ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਪਤਾ ਕੋਈ ਨਹੀਂ ਸਾਧ ਸੰਗਤ, ਤੇ ਖਿੰਨ ਦਾ ਸਮਾਂ ਵੀ ਨਹੀਂ ਲੱਗਦਾ। ਇਹ ਮਨਵਾ ਕਈ ਵਾਰੀ ਕਰੋੜਾਂ ਦੀ ਗੱਲ ਹੁੰਦੀ ਏ ਤੇ ਠੋਕਰ ਮਾਰ ਦਿੰਦਾ ਹੈ। ਕਈ ਵਾਰੀ ਹਜ਼ਾਰਾਂ ਦੇ ਪਿੱਛੇ, ਸੈਂਕੜਿਆਂ ਦੇ ਪਿੱਛੇ ਵੀ ਮੂੰਹ ਤੇ ਕਾਲਕ ਮਲਵਾ ਦਿੰਦਾ ਹੁੰਦਾ ਹੈ। ਇਸ ਮਨ ਦਾ ਕੋਈ ਭਰੋਸਾ ਨਹੀਂ ਜੇ। ਖੈਰ, ਇਹ ਕੁੰਮਾ ਮਾਸ਼ਕੀ ਦੇ ਘਰ ਪਹੁੰਚਿਆ। ਇੱਥੇ ਗੰਗੂ ਨੇ ਆ ਕੇ ਕਿਹਾ ਮਾਤਾ ਜੀ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਮੇਰੇ ਘਰ ਚੱਲੋ। ਮਾਤਾ ਜੀ ਨੂੰ ਵੀ ਲੱਗਾ ਵੀ ਸੇਫ ਜਗ੍ਹਾ ਹੈ, ਕਿਉਂਕਿ ਗੰਗੂ ਜਾਣਦਾ ਸੀ ਮਾਤਾ ਜੀ ਨੂੰ। ਮਾਤਾ ਪਹਿਚਾਣ ਗਏ ਇਹਨੂੰ ਵੀ ਗੁਰੂ ਘਰ ਦੇ ਵਿੱਚ ਰਿਹਾ ਕੁਝ ਸਮਾਂ। ਮਾਤਾ ਜੀ ਪਹਿਚਾਣ ਗਏ। ਮਾਤਾ ਜੀ ਨੂੰ ਵੀ ਲੱਗਾ ਵੀ ਇਹਦੇ ਘਰ ਦੇ ਅੰਦਰ ਸੇਫ ਹੈ, ਬੱਚੇ ਵੀ ਮਹਿਫੂਜ਼ ਰਹਿਣਗੇ। ਜਿਸ ਵੇਲੇ ਮਾਤਾ ਜੀ ਜਾਣ ਲੱਗੇ ਨਾ, ਬਸ ਜਿੱਥੋਂ ਹੁਣ ਇਹ ਸਾਰੀ ਗੱਲ ਵਿਗੜਦੀ ਹੈ ਸਾਧ ਸੰਗਤ। ਜਦੋਂ ਮਾਤਾ ਜੀ ਜਾਣ ਲੱਗੇ ਤੇ ਮਾਤਾ ਨੇ ਆਪਣੇ ਉਹ ਖੁਰਜੀ ਜਿਹਦੇ ਅੰਦਰ ਕੱਪੜਿਆਂ ਦਾ ਉਹ ਜਿਹੜੇ ਪੋਟਲੀ ਖੋਲੀ, ਉਹਦੇ ਵਿੱਚ ਉਹ ਖੁਰਜੀ ਸੀ, ਡੱਬਾ ਜਿਹਨੂੰ ਲਿਖਿਆ ਕਵੀ ਅੱਲਾ ਯਾਰ ਖਾਂ ਜੋਗੀ ਨੇ, ਉਹਦੇ ਵਿੱਚੋਂ ਇੱਕ ਆਰਸੀ ਕੱਢ ਕੇ ਜਿਹੜੀ ਉਹ ਲక్ష్ਮੀ ਬ੍ਰਾਹਮਣੀ ਨੂੰ ਦਿੱਤੀ। ਆਰਸੀ ਕਹਿੰਦੇ ਨੇ ਇਹ 2 ਮੋਹਰਾਂ ਦਾ ਜਿਹੜਾ ਇਹ ਬਣਦੀ ਆਰਸੀ, ਇਹਦੇ ਉੱਤੇ ਕੀਮਤੀ ਨਗ ਜੜਿਆ ਹੁੰਦਾ ਜੀ, ਹੱਥ ਉਂਗਲ ਵਿੱਚ ਪਾਉਣ ਲਈ। ਇਹ ਆਰਸੀ ਦਿੱਤੀ, ਨਾਲ 5 ਚੂੜੀਆਂ ਦਿੱਤੀਆਂ ਮਾਤਾ ਜੀ ਨੇ ਲక్ష్ਮੀ ਨੂੰ ਵੀ ਤੂੰ ਬੜੀ ਸੇਵਾ ਕੀਤੀ ਗੁਰੂ ਦੇ ਲਾਲਾਂ ਦੀ, ਗੁਰੂ ਦੇ ਪਿਆਰਿਆਂ ਦੀ, ਸਾਹਿਬਜ਼ਾਦਿਆਂ ਦੀ ਮੇਰੀ ਬੜੀ ਸੇਵਾ ਕੀਤੀ ਹੈ ਤੂੰ। ਇਹ ਹਾਲਾਂਕਿ ਲక్ష్ਮੀ ਨੇ, ਬ੍ਰਾਹਮਣੀ ਨੇ ਆਖਿਆ ਵੀ ਨਹੀਂ ਮਾਤਾ ਰਹਿਣ ਦਿਓ, ਜ਼ਰੂਰਤ ਨਹੀਂ। ਪਰ ਮਾਤਾ ਜੀ ਨੇ ਇਹਨੂੰ ਆਖਿਆ ਵੀ ਨਹੀਂ, ਇਹ ਸਾਡੇ ਵੱਲੋਂ ਸਿਰਫ ਇਹ ਤੂੰ ਇੰਨੀ ਸੇਵਾ ਕੀਤੀ, ਸਿਰਫ ਸੇਵਾ ਦੇ ਬਦਲੇ ਵਿੱਚ ਇਹ ਥੋੜ੍ਹੀ ਜਿਹੀ ਭੇਟ ਹੈ ਜਿਹੜੀ ਅਸੀਂ ਤੈਨੂੰ ਦੇ ਕੇ ਜਾ ਰਹੇ ਹਾਂ। ਉਹ 'ਤੇ ਇਤਿਹਾਸ ਲਿਖਦਾ ਮਾਤਾ ਜੀ ਨੇ ਕੁਝ ਜਿਹੜੀਆਂ ਮੋਹਰਾਂ ਸਨ ਉਹ ਕੁੰਮੇ ਮਾਸ਼ਕੀ ਨੂੰ ਦਿੱਤੀਆਂ। ਹੁਣ ਜਦੋਂ ਜੇਵਰਾਤ ਦਾ ਉਹ ਡਿੱਬਾ ਵੇਖਿਆ ਇਹਨੇ, ਉਹ ਕੱਪੜੇ ਦੇ ਵਿੱਚ ਬੱਝੀ ਹੋਈ, ਜਦੋਂ ਮਾਇਆ ਗੁਥਲੀ ਵੇਖੀ ਮਾਇਆ ਵਾਲੀ ਜਿਹਦੇ ਅੰਦਰ ਮੋਹਰਾਂ ਸਨ, ਗੰਗੂ ਦਾ ਅੰਦਰ ਡੋਲ ਗਿਆ। ਹੁਣ ਇੱਥੇ 2 ਵਿਚਾਰਾਂ ਦੇ ਅੰਦਰ ਚੱਲਣ ਲੱਗੀਆਂ। ਇੱਕ ਤੇ ਇਹ ਵੀ ਕਿੰਨਾ ਚੰਗਾ ਹੋਵੇ ਜੇ ਮਾਇਆ ਮੈਨੂੰ ਮਿਲ ਜਾਏ, ਦੂਜੀ ਇਹ ਅੰਦਰ ਚੱਲਣ ਲੱਗੀ ਵੀ ਜੇ ਕਿਤੇ ਮੈਂ ਸਾਹਿਬਜ਼ਾਦਿਆਂ ਦੀ ਇਤਲਾਹ ਜਾ ਕੇ ਕਰਦਿਆਂ ਸਰਕਾਰ ਦੇ ਅੱਗੇ, ਇਨਾਮ ਇਹਨਾਂ ਦੇ ਸਿਰ ਤੇ ਇਨਾਮ ਵੀ ਮੈਨੂੰ ਮਿਲੇਗਾ। ਕਹਿਣ ਲੱਗੇ ਮੈਂ ਤੇ ਰਾਤੋਂ ਰਾਤ ਮਾਲਾ ਮਾਲ ਹੋ ਜਾਵਾਂਗਾ। ਬਸ ਇੱਕ ਇਹ ਫੁਰਨਾ ਅੰਦਰ ਫੁਰਿਆ। ਸਾਹਿਬਜ਼ਾਦਿਆਂ ਨੂੰ ਨਾ ਮਾਤਾ ਜੀ ਨੂੰ ਲੈ ਕੇ ਆਪਣੇ ਘਰ ਗਿਆ। ਅੱਧੀ ਕੁ ਰਾਤ ਦਾ ਸਮਾਂ ਹੋਇਆ। ਇਹਨੇ ਜਿਸ ਕਮਰੇ ਵਿੱਚ ਮਾਤਾ ਜੀ ਸਨ, ਹਾਲਾਂਕਿ ਇਹ ਵੀ ਲਿਖਿਆ ਵੀ ਇਹਨੇ ਜਦੋਂ ਰਾਤ ਗਿਆ ਨਾ, ਇਹਦੇ ਘਰ ਜਿਹੜਾ ਭੋਜਨ ਸੀ ਉਹ ਭੋਜਨ ਵੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਛਕਿਆ ਨਹੀਂ। ਕਹਿਣ ਲੱਗੇ ਇਹੋ ਜਿਹਾ ਭੋਜਨ ਇਹਨੇ ਤਿਆਰ ਕਰਕੇ ਦਿੱਤਾ ਜਿਹੜਾ ਕਵੀ ਦੂਨਾ ਸਿੰਘ ਲਿਖਦਾ, ਜਿਹੜਾ ਗੁਰੂ ਘਰ ਦੇ ਕੁੱਕਰ ਵੀ ਨਹੀਂ ਸੀ ਖਾਂਦੇ। ਕਵੀ ਦੂਨਾ ਸਿੰਘ ਢੂਰੀਆਂ ਨੇ ਲਿਖਿਆ, ਕਹਿਣ ਲੱਗੇ ਇਹੋ ਜਿਹਾ ਭੋਜਨ ਤਿਆਰ ਕਰਕੇ ਦਿੱਤਾ। ਤੇ ਮਾਤਾ ਜੀ ਨੇ ਜਦੋਂ ਭੋਜਨ ਛਕਣ ਲੱਗੇ ਉਹ ਖਾਧਾ ਨਾ ਜਾਏ, ਤੇ ਫਿਰ ਇੱਥੋਂ ਤੱਕ ਲਿਖਿਆ ਮਾਤਾ ਜੀ ਨੇ ਮੋਹਰ ਦਿੱਤੀ ਵੀ ਜਾ ਪਤਾਸੇ ਲੈ ਕੇ ਆ। ਪਤਾਸੇ ਲੈ ਕੇ ਆਇਆ, ਉਹ ਖਾ ਕੇ ਤੇ ਪਾਣੀ ਪੀ ਕੇ ਭੁੱਖ ਮਿਟਾਈ। ਇਹਦੇ ਘਰ ਦੇ ਵਿੱਚ ਤੇ ਸੱਚ ਵਿੱਚ ਰਾਤ ਦਾ ਭੋਜਨ ਵੀ ਨਸੀਬ ਨਾ ਹੋਇਆ ਮਾਤਾ ਜੀ ਸਾਹਿਬਜ਼ਾਦਿਆਂ ਨੂੰ। ਅੱਧੀ ਕੁ ਰਾਤ ਦਾ ਸਮਾਂ ਹੋਇਆ। ਇਹਨੇ ਉਹ ਪੋਟਲੀ ਖੋਲ੍ਹੀ, ਅੰਦਰ ਜਾ ਕੇ ਉਹ ਜਿਹੜਾ ਧਨ ਸੀ ਕੱਪੜੇ ਦੇ ਵਿੱਚ ਬੱਝਾ ਹੋਇਆ, ਉਹ ਧਨ ਇਹਨੇ ਚੋਰੀ ਆਪਣੇ ਕੋਲੋਂ ਚੋਰੀ ਕਰ ਲਿਆ। ਕੱਪੜੇ ਇੱਧਰ ਉੱਧਰ ਖਿਲਾਰ ਦਿੱਤੇ ਜੀ, ਜਿਵੇਂ ਲੱਗੇ ਵੀ ਕੋਈ ਚੋਰ ਘਰ ਵਿੱਚ ਆਇਆ। ਸਵੇਰ ਹੋਈ। ਹਾਲਾਂਕਿ ਕਈ ਇਤਿਹਾਸਕਾਰ ਲਿਖਦੇ ਨੇ ਮਾਤ ਗੁਜਰ ਕੌਰ ਨੇ ਇਹਨੂੰ ਕੱਪੜੇ ਦੀ ਫਰੋਲਾ ਫਰਾਲੀ ਕਰਦਿਆਂ ਵੇਖ ਲਿਆ ਸੀ। ਮਾਤਾ ਨੇ ਸਵੇਰੇ ਬੁਲਾਇਆ ਗੰਗੂ ਨੂੰ, ਗੰਗੂ ਘਰ ਦਾ ਸਾਰਾ ਸਮਾਨ ਇੱਧਰ ਉੱਧਰ ਏ, ਪੋਟਲੀ ਖੁੱਲ੍ਹੀ ਏ, ਅੰਦਰ ਮੋਹਰਾਂ ਨਹੀਂ, ਜੇਵਰਾਤ ਨਹੀਂ, ਤੂੰ ਵੇਖੇ ਤੇ ਨਹੀਂ। ਗੰਗੂ ਨੂੰ ਇੰਜ ਲੱਗਾ, ਵੇਖੋ ਇੱਕ ਹੁੰਦਾ ਜਵਾਬ ਦੇਣਾ, ਉਹਨੂੰ ਇੰਜ ਲੱਗਾ ਵੀ ਜੇ ਮੈਂ ਉੱਚਾ ਬੋਲਾਂਗਾ ਤੇ ਸ਼ਾਇਦ ਮਾਤਾ ਦੀ ਨਿਗਾਹ ਵਿੱਚ ਮੈਂ ਚੰਗਾ ਬਣ ਜਾਵਾਂਗਾ। ਉੱਚੀ ਉੱਚੀ ਬੋਲ ਕੇ ਕਹਿਣ ਲੱਗਾ, ਤੁਸੀਂ ਕੀ ਮੈਨੂੰ ਕਹਿੰਦੇ ਹੋ ਮੈਂ ਚੋਰ ਹਾਂ, ਮੈਂ ਚੋਰੀ ਕੀਤੇ ਨੇ? ਮਾਤਾ ਕਹਿਣ ਲੱਗੇ ਨਹੀਂ ਗੰਗੂ, ਅਸੀਂ ਇਹ ਤੇ ਨਹੀਂ ਆਖਿਆ ਵੀ ਤੂੰ ਚੋਰੀ ਕੀਤੇ ਨੇ। ਉੱਥੇ ਕਵੀ ਅੱਲਾ ਯਾਰ ਖਾਂ ਲਿਖਦਾ ਏ, ਕਹਿਣ ਲੱਗੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ ਨਾ,
जबकि वक्त हुआ आधी रात का, अद्धी रात का जो समा हुआ, कह लगे बस उदों इस बद सिफात ने माता दे वो जेवर वो डिब्बा चोरी कर लिया। इन्हें मन चो खौफ नहीं किया। ये गुरु गोबिंद सिंह जी की माँ है। कवि अल्लाह यार खां लिखता है, इन्हें खौफ नहीं किया, बल्कि जो माता ने पूछया तो उच्ची उच्ची चिल्लान लगा, बोलन लगा, तुसी मैनू चोर कहंदे हो, मैं नहीं, मैनू तुसी, मैं तुहानू अपने घर विच रखिया है। उल्टा उच्ची उच्ची जो बोलिया, माता ने आख्या, गंगू जे सिर्फ धन की गल होंदी तो मैं ये नहीं कह रही भी धन जे तू रखिया है तो मुबारक है, ये साडे किस काम दा है, असीं इहनूं की करना है। जे तू रखिया तो मुबारक है, पर सच मैं पूछया तेनू भी जे तू रखिया तो दस दे। गंगू होर उच्ची उच्ची बोलदा, तुसीं मैनूं चोर कहंदे हो। सच विच माता कहंदी, नहीं गंगूआ, जे तेनू चोर कहण दी गल हुंदी सी, मैं उस पातशाह जी दी मां हाँ जिन्हें अपने सिर दा साईं भी इस हिंदुस्तान दे लेखे लाया है। ध्यान देना, धन गुरु तेग बहादुर साहब पातशाह जी। नहीं तो साध संगत कदी सोच के वेखो, 9 साल की उम्र से गुरु गोबिंद सिंह जी की मैं कल भी बेनती की सी, आप गुरु पिता जी नूं कहंदे ने, पिता जी तुसी जाओ, तुहाडे तो वड्डा धर्मी कौन है। दुनिया दे आपां इन्ने बैठे हाँ जी, पता लगे भी किसी औरत नूं कल नूं मेरे साईं ने जाना है तो उन्हें वापस कोई नहीं आना, उनकी शहादत हो जानी, उन्हें वापस मुड़ के घर नहीं आना। मैं कहना दुनिया की कोई भी औरत होवे आखेगी नहीं घर बैठो, किते जाण की जरूरत नहीं। यही कुछ होंदा ना, लड़दे होण किते गवांढ विच कोई, असी दरवाजे बंद करके अंदर बह जाने, कहने नहीं किते एवें जाके लड़ाई दे अंदर होर मकाल ना पा लिया जी, किते तुहाडे ते गल ना, असी दरवाजे बंद करके अंदर बह जाने। थोड़ा जिहा कदी महसूस करके वेखिए भी मात गुजर कौर उनका हिरदा कैसा सी। अज जो गंगू ने इन्नी गल आखी तो मात गुजर कौर कहन लगे, गंगू गल सिर्फ धन की नहीं, मैं तो अपने सिर का साईं भी, अपना सुहाग भी इस हिंदुस्तान के लेखे लाया है। तू धन की ये जे तू रखना है रख, इनकी कोई गल नहीं। मात गुजर कौर ने बड़ा समझाया, पर रोला पांदियां पांदियां घरों निकलिया, मुरिंडे पहुँच गया। इन्हें मुरिंडे जाके इतलाह की। इथों के जिहड़े मुरिंडे दे सिपा सलार सन, उसी जानी खां ते मानी खां, इन्हां नूं जदों पता लगा बड़े खुश होए। ये नाल 2-4 सैनिक लैके ते गंगू दे घर विच आ गए, साहिबजादियां नूं गिरफ्तार किया, मात गुजर कौर जी नूं गिरफ्तार किया। इथों गिरफ्तार करके ते मुरिंडे लैके आए। मुरिंडे हुण ध्यान देना, ये पहली रात 7-8 पोह की रात, जिदन साहिबजादियां ने कुछ भी नहीं खाधा, सिर पतासे खा के पानी पी के रात पेट भरिया सी। सवेर हुई तो जानी खां ते मानी खां आ गए ते मुरिंडे लै गए शाम तक। रात 9 पोह की रात साहिबजादे मुरिंडे रहिंदे ने थाने विच। इथों जदों मुरिंडे तो सरहंद जाना सी, कवि अल्लाह यार खां लिखदा है जिहड़े बचन इथों साहिबजादियां दे हथ बन के उन्हें जिहड़े बचन लिखे ने भी घोड़ियां दे पिछे लैके गए तोड़ के सारे रस्ते। तो कवि दूना सिंह हंडूरिया लिखदा, कहन लगे नहीं हाथ बन्ने सन, पैर भी बन्ने सन दोवें। कहन लगे हाथ पैर बन के वो कहंदे बोरी दे विच पाया साहिबजादियां नूं, भी इन्ना लम्मा पैंडा है, बोरी दे विच पाया। बोरी दे विच पा के जिहड़े घोड़ियां ते आप बैठे सन उन्हां घोड़ियां दे अगे अपने अगे बोरी नूं रखिया। कवि दूना सिंह समकाली है जी, मैं कल भी बेनती की सी, ये समकाली कवि सी। सतगुरु गुरु गोबिंद सिंह पातशाह जी ने इनकी ड्यूटी लाई सी भी तू नाल नाल वेखना, जो कुछ होया तू लिखना है, क्योंकि सतगुरु पातशाह जी के चरणों में 52, क्योंकि सतगुरु बड़े इस पासे इतिहास नूं लिखण दे, लिखवाण दे, काव नूं वध तो वध इस पासे प्रचार, मेरे सतगुरु जी सिखां दे अंदर इस गल नूं बड़ा लैके चलते सन। धन गुरु गोबिंद सिंह पातशाह जी। इत्थे कवि दूना सिंह ढूरिया लिखदा भी सतगुरु दे फरजंद ते माता गुजर कौर उन्हां दे दोवें हथ बन के सारे रस्ते पैदल घोड़ियां दे पिछे उन्हां नूं सरहंद तक लैके गए। सरहंद 10 पोह नूं साहिबजादे पहुँचे ने, तकरीबन शाम का समा हो गया जी, 10 पोह का शाम का समा हो गया। इत्थे जिहड़ा वजीर खां सी, ये चमकौर की गढ़ी तो वापस सरहंद पहुँचया सी। ये वापस जो सरहंद आया
ਇਹ ਅੱਤ ਦਾ ਗੁੱਸੇ ਵਿੱਚ, ਕ੍ਰੋਧ ਵਿੱਚ, ਕਿਉਂਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਨਾਂ ਦੇ ਹੱਥ ਵਿੱਚ ਨਹੀਂ ਸੁਣਾਏ। ਬੜਾ ਜ਼ੋਰ ਲਾਇਆ ਇਹਨਾਂ ਨੇ। ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉੱਚੀ ਆਵਾਜ਼ ਮਾਰ ਕੇ ਚਮਕੌਰ ਦੀ ਗੜੀ ਦੀ ਮਮਟੀ ਤੋਂ ਇਹ ਬਚਨ ਕਹਿ ਕੇ ਵੀ ਹਿੰਦ ਦਾ ਪੀਰ ਜਾ ਰਿਹਾ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ। ਇੱਧਰ ਸਵੇਰ ਹੁੰਦੀ ਏ, ਜਿਹੜਾ ਸੰਗਤ ਸਿੰਘ ਸੀ ਜਿਹਨੂੰ ਸਤਿਗੁਰ ਆਪਣੀ ਕਲਗੀ ਦੇ ਕੇ ਨਿਕਲਦੇ ਨੇ। ਆਪਣੀ ਕਲਗੀ ਸਤਿਗੁਰ ਜੀ ਸੰਗਤ ਸਿੰਘ, ਤੇ ਕਈ ਇਤਿਹਾਸਕਾਰ ਲਿਖਦੇ ਨੇ ਸੰਗਤ ਸਿੰਘ ਦਾ ਮੁਹਾਂਦਰਾ ਕੱਦ ਕਾਠ ਬਿਲਕੁਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਲਦਾ ਸੀ। ਤੇ ਮੈਨੂੰ ਬੜੇ ਚੰਗੇ ਸ਼ਬਦ ਲੱਗੇ ਗਿਆਨੀ ਪਿੰਦਰਪਾਲ ਸਿੰਘ ਜੀ ਨਾਲ, ਜਦੋਂ ਉਹਨਾਂ ਕਿਹਾ ਵੀ ਨਹੀਂ ਮੂੰਹ ਮੁਹਾਂਦਰਾ ਹੀ ਨਹੀਂ, ਇਹ ਸ਼ਹਾਦਤ ਕਲਗੀ ਕੋਈ ਸਤਿਗੁਰੂ ਨੇ ਐਵੇਂ ਥੋੜਾ ਦੇ ਦਿੱਤੀ ਸੀ। ਮੂੰਹ ਮੁਹਾਂਦਰਾ ਨਹੀਂ, ਅਸਲ ਵਿੱਚ ਭਾਈ ਸੰਗਤ ਸਿੰਘ ਜੀ ਦਾ ਜਿਹੜਾ ਜੀਵਨ ਸੀ, ਜਿਹੜਾ ਉਹਨਾਂ ਦਾ ਜੋ ਕਰੈਕਟਰ ਸੀ ਸੱਚ ਵਿੱਚ ਉਹ ਉਹਨਾਂ ਦਾ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਮੇਲ ਖਾਂਦਾ ਸੀ। ਮੇਰੇ ਸਤਿਗੁਰ ਨੇ ਐਵੇਂ ਥੋੜਾ ਕਲਗੀ ਦਿੱਤੀ। ਧਿਆਨ ਦੇਣਾ, ਸਵੇਰ ਨੂੰ ਇਹ ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਤੇ ਦਿੱਲੀ ਲੈ ਗਏ। ਇਸੇ ਭੁਲੇਖੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਦਿੱਤਾ, ਸਿਰ ਵੱਢ ਕੇ ਦਿੱਲੀ ਲੈ ਗਏ। ਉਹ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਿਰ ਨਹੀਂ ਹੈ, ਉਹਨਾਂ ਦੇ ਸਿੱਖ ਦਾ ਸਿਰ ਹੈ। ਇੱਥੇ ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਜਦੋਂ ਇਹ ਸਰਹੰਦ ਪਹੁੰਚਿਆ ਵਜ਼ੀਰ ਖਾਂ, ਇਹਨੇ ਬੜਾ ਗੁੱਸੇ ਵਿੱਚ, ਕਿਉਂਕਿ ਹੱਥ ਕੁਝ ਨਹੀਂ ਸੀ ਲੱਗਾ। 7 ਮਹੀਨੇ ਆਨੰਦਪੁਰ ਦਾ ਘੇਰਾ, ਲੱਖਾਂ ਦੀ ਫੌਜ ਚਮਕੌਰ ਦੀ ਗੜੀ ਦੇ ਚਾਰੋਂ ਪਾਸੇ, ਤੇ ਲੱਖਾਂ ਦੀ ਫੌਜ ਵਿੱਚੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਕਲ ਗਏ। ਕਮਾਲ ਦੀ ਗੱਲ ਹੈ। ਵੇਖੋ ਸਾਧ ਸੰਗਤ, ਇਹ ਹੈ ਦਸ਼ਮੇਸ਼ ਪਿਤਾ ਨੇ, ਵੇਖੋ ਕੈਸੀ ਰਣਨੀਤੀ ਤਿਆਰ ਕਰਦੇ ਸਨ ਮੇਰੇ ਸਤਿਗੁਰੂ ਜੀ। ਲੱਖਾਂ ਦੀਆਂ ਫੌਜਾਂ ਨੂੰ ਵੀ, ਇੱਥੋਂ ਤੱਕ ਲਿਖਿਆ ਇਤਿਹਾਸ ਵਿੱਚ ਵੀ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਨਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਪ੍ਰਿੰਸੀਪਲ ਸਤਬੀਰ ਸਿੰਘ ਨੇ ਇਹਦਾ ਜ਼ਿਕਰ ਕੀਤਾ ਹੈ ਵੀ ਰਾਤ ਨੂੰ ਸਤਿਗੁਰਾਂ ਨੇ 8 ਪੋਹ ਨੂੰ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਏ, 8 ਪੋਹ ਦੀ ਰਾਤ ਨੂੰ ਕਿਲੇ ਵਿੱਚੋਂ, ਚਮਕੌਰ ਦੀ ਗੜੀ ਵਿੱਚੋਂ ਨਿਕਲਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 4 ਤੀਰ ਆਪਣੀ ਕਮਾਨ ਵਿੱਚੋਂ ਛੱਡਦੇ ਨੇ। ਇੱਕ ਤੀਰ ਵਜ਼ੀਰ ਖਾਂ ਦੇ ਕੋਲੋਂ ਜਾਂਦਾ ਹੈ, ਇੱਕ ਤੀਰ ਅਜਮੇਰ ਚੰਦ ਦੇ ਪੈਰ ਵਿੱਚ ਲੱਗਦਾ ਹੈ, ਉਹਦੀ ਲੱਤ ਵਿੱਚ। ਇਹਨਾਂ ਤੀਰਾਂ ਦੇ ਨਾਲ ਸਤਿਗੁਰ ਨੇ ਚਿੱਠੀਆਂ ਲਿਖ ਕੇ ਭੇਜੀਆਂ ਸਨ ਵੀ ਤੁਸੀਂ ਜੋ ਕੁਝ ਕੀਤਾ ਹੈ ਉਹ ਤੁਹਾਡਾ ਧਰਮ ਵੀ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕੁਰਾਨ ਦੀਆਂ ਸੂਹਾਂ ਖਾ ਕੇ ਮੁਕਰੇ ਹੋ, ਤੁਸੀਂ ਕਹਿੰਦੇ ਹੋ ਬਹੁਤ ਵੱਡੇ ਮੁਸਲਮਾਨ ਆ, ਤੁਸੀਂ ਮੁਸਲਮਾਨ ਹੋ ਹੀ ਨਹੀਂ ਸਕਦੇ, ਕਿਉਂਕਿ ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਤੇ ਉਹ ਹੈ ਜਿਹਦੇ ਅੰਦਰ ਦਿਲ ਮੋਮ ਵਰਗਾ ਹੈ। ਤੁਸੀਂ ਤੇ ਕਾਫਰ ਉਹ ਹੋ ਜਿਹੜੇ ਕੁਰਾਨ ਦੀਆਂ, ਆਪਣੇ ਧਰਮ ਦੇ ਉਸ ਗ੍ਰੰਥ ਦੀਆਂ ਕਸਮਾਂ ਖਾ ਕੇ ਵੀ ਤੁਸੀਂ ਮੁੱਕਰ ਗਏ। ਸਤਿਗੁਰ ਨੇ ਉੱਥੋਂ ਤੀਰ ਛੱਡੇ ਸਨ। ਔਰ ਇਹ ਕੋਈ ਆਤ ਕਥਨੀ ਨਹੀਂ ਸਾਧ ਸੰਗਤ, ਦਿੱਲੀ ਦੀ ਧਰਤੀ ਸਾਡੇ ਸਾਹਮਣੇ। ਇਹ ਇੱਥੋਂ ਸਤਿਗੁਰ, ਜਿਹੜਾ ਤੁਸੀਂ ਮੋਤੀ ਬਾਗ ਗੁਰਦੁਆਰਾ ਵੇਖਦੇ, ਜਿਹੜੀ ਤੁਸੀਂ ਉੱਥੋਂ ਦੀ ਹਿਸਟਰੀ ਪੜ੍ਹੋ, ਜਦੋਂ ਕਦੀ ਮੋਤੀ ਬਾਗ ਜਾਂਦੇ ਹੋ ਉੱਥੋਂ ਦੀ ਹਿਸਟਰੀ ਪੜ੍ਹੋ। ਇੱਥੋਂ ਸਤਿਗੁਰ ਨੇ ਤੀਰ ਮੋਤੀ ਬਾਗ ਤੋਂ ਚਲਾਇਆ ਸੀ, ਕਮਾਨ ਵਿੱਚੋਂ। ਲਾਲ ਕਿਲੇ ਤੇ ਸੀ ਔਰੰਗਜ਼ੇਬ। ਧਿਆਨ ਦੇਣਾ, ਉੱਥੋਂ ਤੱਕ ਮੇਰੇ ਸਤਿਗੁਰ ਪਾਤਸ਼ਾਹ ਜੀ ਐਵੇਂ ਥੋੜਾ 25 ਟੰਗ ਦਾ ਜਿਹੜਾ ਕਮਾਨ ਸੀ, 25 ਟੰਗ ਹੋਣ ਨੂੰ ਤੁਸੀਂ ਜੇ ਵਜਨ ਨੂੰ ਤੋਲੋਗੇ ਤੇ ਕਿੱਥੇ ਸਤਿਗੁਰ ਪਾਤਸ਼ਾਹ ਜੀ ਦੇ ਸਰੀਰ ਦੀ ਬਲਵਾਨਤਾ ਵੇਖੋ ਮੇਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ। ਐਵੇਂ ਥੋੜਾ ਇਤਿਹਾਸ ਲਿਖਦਾ ਵੀ ਕੁਝ ਮਹੀਨਿਆਂ ਤੋਂ ਵੱਧ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਥੱਲੇ ਘੋੜਾ ਨਹੀਂ ਸੀ ਟਿਕਦਾ ਹੈਗਾ। ਇਹ ਕੋਈ ਅੱਤ ਕਥਨੀ ਨਹੀਂ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹਨਾਂ ਨੂੰ 2 ਮਹੀਨੇ ਬਾਅਦ ਆਪਣਾ ਘੋੜਾ ਬਦਲਣਾ ਪੈਂਦਾ ਸੀ। 2 ਮਹੀਨੇ ਬਾਅਦ ਘੋੜਾ ਇਹਨਾਂ ਦੇ ਵਜਨ ਨੂੰ ਸਹਿ ਨਹੀਂ ਸੀ ਸਕਦਾ। ਇਹਨਾਂ ਦੇ ਸਰੀਰ ਵੇਖੋ ਤੁਸੀਂ, ਐਵੇਂ ਨਹੀਂ 72 ਫੱਟ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਲੱਗੇ ਸਨ ਸਰੀਰ ਤੇ, 72 ਫੱਟ। ਤੇ ਸਿੱਖਾਂ ਨੇ ਆਖਿਆ ਸੀ ਛੱਡ ਕੇ ਚਲੇ ਜਾਓ, ਤੇ ਬਾਬਾ ਜੱਸਾ ਸਿੰਘ ਕਹਿਣ ਲੱਗੇ ਨਹੀਂ, ਜੇ ਮੈਂ ਛੱਡ ਕੇ ਚਲਾ ਗਿਆ ਕੱਲ ਨੂੰ ਸਿੱਖ ਕਹਿਣਗੇ ਮੈਦਾਨੇ ਜੰਗ ਵਿੱਚੋਂ ਸਾਡਾ ਆਗੂ ਸਾਨੂੰ ਛੱਡ ਕੇ ਚਲਾ ਗਿਆ। ਨਹੀਂ, ਬਾਬਾ ਜੱਸਾ ਸਿੰਘ ਆਹਲੂਵਾਲੀਆ ਲੜਦੇ ਰਹੇ, ਛੱਡ ਕੇ ਨਹੀਂ ਗਏ। 72 ਫੱਟ ਲੱਗੇ ਸਨ ਸਰੀਰ ਨੂੰ, 72 ਥਾਵਾਂ ਤੇ ਤਲਵਾਰਾਂ ਵੱਜੀਆਂ ਸਨ, ਪੂਰਾ ਸਰੀਰ ਲਹੂ ਨਾਲ ਭਿੱਜਾ ਹੋਇਆ ਸੀ। ਪਰ ਵੇਖੋ ਮੇਰੇ, ਇਹ ਹੈ ਮੇਰੇ ਸਤਿਗੁਰ ਦੇ ਘਰ ਦੀ ਵਡਿਆਈ ਤੇ ਕਰਾਮਾਤ। ਜੇ ਕਿਸੇ ਨੇ ਪ੍ਰਤੱਖ ਵੇਖਣੀ ਹੋਵੇ, ਇੱਥੇ ਫੋਕੀਆਂ ਕਰਾਮਾਤਾਂ ਨਹੀਂ, ਇੱਥੇ ਸਤਿਗੁਰ ਜੀ ਜ਼ਾਹਰਾ ਕਰਾਮਾਤਾਂ ਦਿਖਾਉਂਦੇ ਨੇ। ਅੱਜ ਗੁਰੂ ਕੇ ਲਾਲ ਸਰਹੰਦ ਪਹੁੰਚੇ, ਇੱਥੇ ਵਜ਼ੀਰ ਖਾਨ ਨੂੰ ਪਤਾ ਲੱਗਾ, ਬਹੁਤ ਖੁਸ਼ ਹੋਇਆ। ਇਹਨੂੰ ਇੰਜ ਲੱਗਾ ਵੀ ਜਿਵੇਂ ਮਾਨੋ ਇਹਨੂੰ ਕੋਈ
ਸੱਚ ਵਿੱਚ ਸੰਜੀਵਨੀ ਮਿਲ ਗਈ ਹੋਵੇ ਵੀ ਗੁਰੂ ਪਿਤਾ ਹੱਥ ਵਿੱਚ ਨਹੀਂ ਲੱਗਾ, ਕੋਈ ਗੱਲ ਨਹੀਂ, ਪੁੱਤਰ ਦੇ ਹੱਥ ਵਿੱਚ ਲੱਗੇ। ਰਾਤ ਨੂੰ ਸੋਚਦਾ ਵੀ ਕਿੰਨਾ ਚੰਗਾ ਹੋਏਗਾ ਕੱਲ੍ਹ ਨੂੰ ਕਚਹਿਰੀ ਵਿੱਚ ਜਦੋਂ ਇਹਨਾਂ ਨੂੰ ਪੇਸ਼ ਕਰਾਂਗਾ, ਇਹਨਾਂ ਦੇ ਸਾਹਮਣੇ ਨਜ਼ਰਾਨੇ ਰੱਖਾਂਗਾ, ਭੇਟਾਵਾਂ ਰੱਖਾਂਗਾ, ਬੱਚੇ ਨੇ ਆਖਰ ਐਵੇਂ ਡੋਲ ਜਾਣਗੇ। ਤੇ ਹੁਣ 6.5 ਸਾਲ ਤੇ 8.5 9 ਸਾਲ ਦੀ ਉਮਰ ਕੀ ਹੁੰਦੀ ਸਾਧ ਸੰਗਤ? ਜੇ ਅਸੀਂ ਇਤਿਹਾਸ ਨੂੰ ਪੜ੍ਹੀਏ ਤੇ ਅਸੀਂ ਉਂਝ 7 ਤੇ 9 ਸਾਲ ਦੀ ਉਮਰ ਦਾ ਜ਼ਿਕਰ ਕਰਨੇ ਆ, ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਬਾਬਾ ਫਤਿਹ ਸਿੰਘ ਜੀ ਦੀ ਉਮਰ ਜਿਹੜੀ ਉਹ 6 ਸਾਲ ਦੀ ਬਣਦੀ ਤੇ ਬਾਬਾ ਜੋਰਾਵਰ ਸਿੰਘ ਦੀ ਉਮਰ 8 ਸਾਲ ਦੀ ਬਣਦੀ, 1704 ਦਸੰਬਰ ਤੱਕ ਇਹ ਉਹਨਾਂ ਦੀ ਉਮਰ। ਹੁਣ ਇਹਨੇ ਸੋਚਿਆ ਵੀ ਸਵੇਰ ਹੋਏਗੀ, ਠੰਡੇ ਬੁਰਜ ਵਿੱਚ ਇਹਨੇ ਰਾਤ ਨੂੰ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਏ। ਹੁਣ ਇਹਨਾਂ ਦਾ ਜਿੰਨਾ ਮਾਤਾ ਜੀ ਕੋਲੋਂ ਸਾਜੋ ਸਮਾਨ ਸੀ ਸਾਰਾ ਇਹਨਾਂ ਨੇ ਆਪਣੇ ਕੋਲੋਂ ਰੱਖ ਲਿਆ, ਕੁਝ ਨਹੀਂ ਦਿੱਤਾ, ਰਾਤ ਖਾਣ ਦੇ ਲਈ ਵੀ ਕੁਝ ਨਹੀਂ ਦਿੱਤਾ, ਭੁੱਖਾ ਰੱਖਿਆ ਗਿਆ ਹੈ। ਧਿਆਨ ਦੇਣਾ, ਅੱਜ ਦੂਜੀ ਰਾਤ ਇਹ ਭੁੱਖੇ ਭਾਣਿਆਂ ਦੀ। ਤੇ ਉਹ ਠੰਡਾ ਬੁਰਜ, ਅਸਲ ਵਿੱਚ ਇਹਨੂੰ ਠੰਡਾ ਬੁਰਜ ਕਿਉਂ ਕਹਿੰਦੇ ਨੇ? ਆਪ ਵਿੱਚੋਂ ਜਿਹੜੇ ਗਏ ਹੁਣ, ਹਾਲਾਂਕਿ ਹੁਣ ਅਸੀਂ ਉਹ ਸਾਰਾ, ਮੈਂ ਕਹਿੰਦਾ ਵੀ ਸਾਡੀ ਕੌਮ ਦੀ ਬਦਕਿਸਮਤੀ ਹੈ ਸਾਧ ਸੰਗਤ, ਅਸੀਂ ਆਪਣੀ ਕੌਮ ਦੇ ਸਰਮਾਏ ਨਹੀਂ ਸੰਭਾਲ ਕੇ ਰੱਖ ਸਕੇ। ਕਾਰ ਸੇਵਾ ਦੇ ਨਾਮ ਤੇ ਅਸੀਂ ਸਾਰੀਆਂ ਚੀਜ਼ਾਂ ਸੰਗਮਰਮਰ ਦੇ ਅੰਦਰ ਮੜ ਦਿੱਤੀਆਂ। ਕਿਤੇ ਅੱਜ ਸਾਡੇ ਬੱਚੇ ਉੱਥੇ ਜਾ ਕੇ ਠੰਡਾ ਬੁਰਜ ਵੇਖਦੇ, ਉਹਨਾਂ ਦੇ ਅੰਦਰ ਉਹ ਅੱਜ ਹਕੀਕਤ ਇਹ ਪੁੱਛਦੇ ਨੇ। ਮੈਂ ਜਿਸ ਦਿਨ 22 ਤਰੀਕ ਨੂੰ ਮੈਂ ਜਾ ਕੇ ਆਇਆ, ਮੇਰਾ ਬੱਚਾ ਪਹਿਲੀ ਵਾਰੀ ਨਾਲ ਗਿਆ, ਉਹ ਕਹਿੰਦਾ ਪਾਪਾ ਠੰਡਾ ਬੁਰਜ ਕਿੱਥੇ ਹੈ? ਜਦੋਂ ਮੈਂ ਲੈ ਕੇ ਗਿਆ ਮੈਂ ਕਿਹਾ ਹੈ, ਕਹਿੰਦਾ ਨਹੀਂ ਇਹ ਤੇ ਬਣਾਇਆ ਹੋਇਆ, ਇਹੋ ਜਿਹਾ ਹੋਏਗਾ ਠੰਡਾ ਬੁਰਜ। ਹੁਣ ਕਿਵੇਂ ਸਮਝਾਈਏ ਵੀ ਨਹੀਂ, ਸੱਚ ਵਿੱਚ ਜੇ ਕਿਤੇ ਹੋਵੇ ਤੇ ਉਹ ਹਿਰਦਿਆਂ ਦੇ ਅੰਦਰ ਉਲੀਕੇ ਜਾਣ ਚੀਜ਼ਾਂ, ਸਾਨੂੰ ਕੁਝ ਕਹਿਣ ਦੀ ਜ਼ਰੂਰਤ ਨਾ ਪਵੇ, ਉਹਨਾਂ ਨੂੰ ਇਤਿਹਾਸ ਆਪਣੇ ਆਪ ਹੀ ਉੱਥੋਂ ਤੱਕ ਲੈ ਕੇ ਚਲਾ ਜਾਏ, ਉਹਨਾਂ ਦੇ ਅੰਦਰ ਨੂੰ ਵਰੁੰਦਲ ਕੇ ਲੈ ਜਾਏ। ਸੱਚ ਵਿੱਚ ਇਹ ਬੜੀਆਂ ਸਾਡੀ ਕੌਮ ਦੀਆਂ ਬਦਕਿਸਮਤੀਆਂ ਨੇ ਸਾਧ ਸੰਗਤ, ਭਾਵੇਂ ਉਹ ਕਿਸੇ ਪੱਖ ਤੋਂ ਵੇਖ ਲਵੋ। ਅਸੀਂ ਸੰਗਮਰਮਰ ਦੇ ਅੰਦਰ ਗੁਰਦੁਆਰਿਆਂ ਨੂੰ, ਉਹਨਾਂ ਚੀਜ਼ਾਂ ਨੂੰ ਵੀ ਮੜ ਦਿੱਤਾ ਜਿਨ੍ਹਾਂ ਨੂੰ ਸੰਭਾਲਣਾ ਚਾਹੀਦਾ ਸੀ। ਖੈਰ, ਠੰਡੇ ਬੁਰਜ ਵਿੱਚ ਇਸ ਕਰਕੇ ਇਹਨੂੰ ਕਿਹਾ ਜਾਂਦਾ ਸੀ ਕਿਉਂਕਿ ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ ਸੀ ਨਾ ਸਾਧ ਸੰਗਤ, ਤੇ ਜਿਹੜਾ ਸੂਬੇ ਸਰਹੰਦ ਸੀ ਇਹ ਇਸੇ ਠੰਡੇ ਬੁਰਜ ਦੇ ਵਿੱਚ, ਇਹ ਉੱਪਰੋਂ ਸਾਰੇ ਪਾਸੇ ਖੁੱਲਾ ਸੀ ਜੀ, ਬਿਲਕੁਲ ਓਪਨ। ਸਿਰਫ ਤੁਸੀਂ ਕਿਸੇ ਨੇ ਕੋਈ ਪੁਰਾਣੀਆਂ ਤਸਵੀਰਾਂ ਦੇਖੀਆਂ ਹੋਣ ਤੇ ਉਹ ਸਿਰਫ ਚਾਰੇ ਪਾਸੇ ਤੇ ਓਪਨ ਸੀ, ਉੱਥੇ ਬਹਿੰਦਾ ਸੀ ਆਪਣਾ ਆਸਨ ਲਾ ਕੇ, ਤੇ ਥੱਲੇ ਸਾਰੇ ਪਾਸੇ ਪਾਣੀ ਹੁੰਦਾ ਸੀ ਜੀ, ਪਾਣੀ। ਉਹ ਜਦੋਂ ਹਵਾ ਚੱਲਦੀ ਸੀ ਤੇ ਠੰਡੀ ਹਵਾ ਉੱਤੇ ਤੱਕ ਜਾਂਦੀ ਸੀ। ਤੁਸੀਂ ਵੇਖੋ ਠੰਡਾ ਬੁਰਜ ਸਰਦੀ ਦੀਆਂ ਇਹਨਾਂ ਰਾਤਾਂ ਦੇ ਵਿੱਚ ਉੱਥੇ ਕੀ ਹਾਲਤ ਹੋਏਗੀ। ਮੈਂ ਕਹਿੰਦਾ ਅਸੀਂ ਮਹਿਸੂਸ ਕਰੀਏ, ਅਸੀਂ ਸਿਰਫ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਨ ਨਹੀਂ ਆਏ, ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਕੇ ਵੇਖੀਏ। ਐਵੇਂ ਥੋੜ੍ਹਾ ਜਿਹੜੇ ਸਾਡੇ ਵੱਡੇ ਬਜ਼ੁਰਗ ਹੁੰਦੇ ਸਨ, ਇਹਨਾਂ ਦਿਨਾਂ ਦੇ ਵਿੱਚ ਇਹ 7 ਦਿਨ ਜਿਹੜੇ ਨਾ ਸਾਧ ਸੰਗਤ, ਹਾਲਾਂਕਿ ਇਹ ਸੋਗ ਦੇ ਦਿਨ ਨਹੀਂ, ਇਹ ਸਾਡੀ ਚੜ੍ਹਦੀ ਕਲਾ ਦੇ ਦਿਨ ਨੇ, ਇਹ ਪੰਥ ਦੀ ਚੜ੍ਹਦੀ ਕਲਾ ਦੇ ਦਿਨ ਨੇ, ਇਹ ਪੰਥ ਦੇ ਆਤਮਿਕ ਜੀਵਨ ਦੇ ਦਿਨ ਨੇ। ਬਜ਼ੁਰਗ ਜਿਹੜੇ ਇਹਨਾਂ ਚੀਜ਼ਾਂ ਨੂੰ ਫੀਲ ਕਰਦੇ ਹੁੰਦੇ ਸੀ, ਬਜ਼ੁਰਗ ਸਾਰੀ ਰਾਤ ਇਹਨਾਂ 7 ਦਿਨਾਂ ਨੂੰ ਮੰਜੇ ਤੇ ਨਹੀਂ ਸਨ ਸੌਂਦੇ, ਥੱਲੇ ਸੌਂਦੇ ਹੁੰਦੇ ਸਨ। ਅੱਜ ਵੀ ਕਈ ਭਾਵਨਾ ਵਾਲੇ ਨੇ ਜਿਹੜੇ ਇਹਨਾਂ ਰਾਤਾਂ ਨੂੰ ਠੰਡੇ ਬੁਰਜ ਵਿੱਚ ਜਾ ਕੇ ਗੁਜ਼ਾਰਦੇ ਨੇ। ਇਹ ਸਿਰਫ ਭਾਵਨਾ ਹੈ ਸਾਧ ਸੰਗਤ ਮਹਿਸੂਸ ਕਰਨ ਲਈ। ਤੁਹਾਡਾ ਹਿਰਦਾ ਉਹਨੂੰ ਕਿੰਨਾ ਕੁ ਮਹਿਸੂਸ ਕਰ ਸਕਦਾ ਹੈ। ਸਾਹਿਬਜ਼ਾਦਿਆਂ ਨੂੰ ਅੱਜ ਪਹਿਲੀ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ। 10 ਪੋਹ ਦੀ ਰਾਤ ਨੂੰ 11 ਪੋਹ ਦਾ ਦਿਨ ਚੜ੍ਹਿਆ, ਸਵੇਰੇ ਸਵੇਰੇ ਅਹਿਲਕਾਰ ਆ ਗਏ। ਮਾਤਾ ਨੂੰ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕਰੋ, ਨਾਲ ਲੈ ਕੇ ਜਾਣਾ। ਮਾਤਾ ਗੁਜਰ ਕੌਰ ਕਹਿੰਦੇ ਨੇ ਇਹਨਾਂ ਦਾ ਕੀ ਕਸੂਰ, ਇਹਨਾਂ ਨੇ ਕੀ ਕੀਤਾ ਹੈ? ਤੇ ਮਾਤ ਗੁਜਰ ਕੌਰ ਨੂੰ ਸਿਪਾਹੀ ਕਹਿੰਦੇ ਨੇ ਮਾਤਾ ਸਾਨੂੰ ਨਹੀਂ ਪਤਾ, ਸਾਨੂੰ ਤੇ ਹੁਕਮ ਹੋਇਆ ਇਹਨਾਂ ਨੂੰ ਲਿਜਾਣ ਦਾ। ਇੱਧਰੋਂ ਸੂਬੇ ਦੀ ਕਚਹਿਰੀ ਲੱਗੀ ਜੀ, ਜਿਹੜੀ ਥਾਂ ਤੁਸੀਂ ਵੇਖਦੇ ਹੋ ਨਾ ਥੱਲੇ, ਜਿੱਥੇ ਸਾਹਿਬਜ਼ਾਦਿਆਂ ਦਾ ਸਥਾਨ ਬਣਿਆ, ਸ਼ਹੀਦੀ ਸਥਾਨ, ਇੱਥੇ ਸੂਬੇ ਦੀ ਕਚਹਿਰੀ। ਇਹ ਸਾਰਾ ਕਿਲਾ ਹੁੰਦਾ ਸੀ ਜੀ ਪੂਰਾ। ਇਹ ਅੱਜ ਗੁਰਦੁਆਰਾ ਹੈ, ਨਾਲ ਥੋੜ੍ਹੀ ਦੂਰੀ ਤੇ ਠੰਡਾ ਬੁਰਜ, ਇਹ ਸਾਰਾ ਕਿਲਾ ਸੀ ਜੀ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਢਹਿ ਢੇਰੀ ਕੀਤਾ ਸੀ ਬਾਅਦ ਵਿੱਚ, ਇੱਕ ਵੀ ਇੱਟ ਨਹੀਂ ਸੀ ਰਹਿਣ ਦਿੱਤੀ, ਖੰਡਰਾਤ ਬਣਾ ਦਿੱਤਾ ਸੀ, ਸਾਰਾ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹ ਜਜ਼ਬਾ ਬਾਬਾ ਬੰਦਾ, ਹੁਣ ਦੇਖੋ ਮਾਧੋ ਦਾਸ ਵੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਿਆ, ਇਹ ਜਜ਼ਬਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੀ ਅੰਦਰ। ਇਸ ਕਰਕੇ ਮੈਂ ਬੇਨਤੀ ਕਰਨਾ ਵੀ ਇਹ ਕੋਈ ਸੋਗ ਦੇ ਦਿਨ ਨਹੀਂ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਸਾਡੀ ਕੌਮ ਦੇ। ਇੱਥੇ ਪਹਿਲੇ ਦਿਨ ਜਦੋਂ 11 ਪੋਹ ਨੂੰ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ, ਇਤਿਹਾਸ ਲਿਖਦਾ ਇਹਨਾਂ ਨੇ ਨਾ ਇੱਥੇ ਵੀ ਇੱਕ ਨੀਤੀ ਖੇਡੀ
ਵੀ ਜਿਹੜੀ ਦਰਵਾਜ਼ੇ ਦਾ ਵੱਡਾ ਕਿਲੇ ਦਾ ਜਿਹੜਾ ਵੱਡਾ ਦਰਵਾਜ਼ਾ ਸੀ ਉਹ ਬੰਦ ਕਰ ਦਿੱਤਾ। ਛੋਟਾ ਦਰਵਾਜ਼ਾ ਖੋਲ੍ਹਿਆ ਵੀ ਜਿਵੇਂ ਸਾਹਿਬਜ਼ਾਦੇ ਅੰਦਰ ਦਾਖਲ ਹੋਣਗੇ, ਕਿਉਂਕਿ ਸੁਭਾਵਕ ਹੀ ਵੇਖੋ ਛੋਟਾ ਦਰਵਾਜ਼ਾ ਆਪਾਂ ਅੰਦਰ ਦਾਖਲ ਹੋਣੇ ਆ, ਸਿਰ ਪਹਿਲੋਂ ਕੱਢਨੇ ਆ, ਤੇ ਇਹ ਸੁਭਾਵਕ ਉਹਨਾਂ ਸੋਚਿਆ ਵੀ ਅੰਦਰ ਸਿਰ ਕਰਨਗੇ, ਅਸੀਂ ਸਾਰੇ ਤਾੜੀਆਂ ਮਾਰ ਕੇ ਆਖਾਂਗੇ ਵੀ ਸੂਬੇ ਦੇ ਅੱਗੇ ਸਿਰ ਨਿਵਾ ਦਿੱਤਾ। ਉਹ ਸਾਹਿਬਜ਼ਾਦਿਆਂ ਨੇ ਦੂਰੋਂ ਵੇਖਿਆ, ਬਾਬਾ ਜ਼ੋਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਦੀ ਬਾਂਹ ਫੜੀ, ਅੱਖਾਂ ਦੇ ਵਿੱਚ ਇਸ਼ਾਰਾ ਕੀਤਾ, ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਉਸ ਦਰਵਾਜ਼ੇ ਦੇ ਵਿੱਚੋਂ ਲੰਘਦਿਆਂ ਪਹਿਲਾਂ ਆਪਣੀ ਜੁੱਤੀ ਦੀ ਨੋਕ ਵਜ਼ੀਰ ਖਾਨ ਨੂੰ ਦਿਖਾਈ ਕਿ ਵਜ਼ੀਰ ਖਾਨ, ਤੂੰ ਸੋਚਦਾ ਵੀ ਸਿਰ ਨਿਵਾ ਕੇ ਇਹਨਾਂ ਨੂੰ ਆਪਣੇ ਪੰਥ ਵਿੱਚ ਇਹਨਾਂ ਦੇ ਅੰਦਰ ਨੂੰ ਡੁਲਾ ਲਾਂਗਾ। ਨੋਕ ਜੁੱਤੀ ਦੀ ਦਿਖਾ ਕੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ। ਉੱਥੇ ਅੰਦਰ ਦਾਖਲ ਹੋਏ। ਜਿਸ ਵੇਲੇ ਅੰਦਰ ਦਾਖਲ ਹੋਏ ਤੇ ਸਭ ਤੋਂ ਪਹਿਲਾਂ ਸਿਪਾਹੀ ਰਾਹ 'ਚ ਸਾਰਾ ਕੁਝ ਸਿਖਾਉਂਦੇ ਆ ਰਹੇ ਨੇ ਜੀ, ਤੁਸੀਂ ਵਜ਼ੀਰ ਖਾਨ ਦੇ ਸਾਹਮਣੇ ਜਾ ਰਹੇ ਹੋ, ਵੱਡੇ ਵੱਡੇ ਹਾਕਮ ਉਹਨਾਂ ਦੇ ਸਾਹਮਣੇ ਸਿਰ ਝੁਕਾਉਂਦੇ ਨੇ। ਜਿਹੜੇ ਹਾਕਮ ਨੇ ਵਜ਼ੀਰ ਖਾਂ ਹੈ, ਉਹਦਾ ਬੜਾ ਵੱਡਾ ਰੁਤਬਾ ਹੈ, ਉਹਨਾਂ ਦੇ ਸਾਹਮਣੇ ਜਾਓਗੇ ਤੇ ਆਪਣਾ ਸਿਰ ਝੁਕਾ ਕੇ ਉਹਨਾਂ ਨੂੰ ਸਲਾਮ ਕਰਿਆ ਜੀ। ਸਾਹਿਬਜ਼ਾਦੇ ਸੁਣਦੇ ਆ ਰਹੇ ਨੇ। ਪਰ ਜਿਵੇਂ ਅੰਦਰ ਦਾਖਲ ਹੋਏ, ਅੰਦਰ ਦਾਖਲ ਹੁੰਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿ ਕੇ ਫਤਿਹ ਬੁਲਾਈ। ਵਜ਼ੀਰ ਖਾਨ ਦੇ ਜਿਹੜੇ ਚਾਰੇ ਪਾਸੇ ਸੀਪੇ ਸਲਾਰ ਖੜੇ ਸਨ, ਸਾਰਿਆਂ ਦੇ ਕੰਨ ਖੜੇ ਹੋ ਗਏ। ਸੱਚ ਵਿੱਚ ਉਹਨਾਂ ਸੋਚਿਆ ਨਹੀਂ ਸੀ ਵੀ 6 ਸਾਲ 8 ਸਾਲ ਦੀਆਂ ਜਿੰਦਾਂ ਅੰਦਰ ਦਾਖਲ ਹੋ ਕੇ ਤੇ ਇੰਜ ਕਰਨਗੀਆਂ। ਸਾਹਿਬਜ਼ਾਦਿਆਂ ਨੇ ਫਤਿਹ ਗਜਾਈ। ਉੱਥੇ ਬੜੇ ਲਾਲਚ ਦਿੱਤੇ ਗਏ। ਪਹਿਲੇ ਦਿਨ ਇਤਿਹਾਸ ਲਿਖਦਾ ਹੈ, ਖਿਡੌਣੇ ਇਤਿਹਾਸ 3 ਸਥਾਨਾਂ ਦਾ ਜ਼ਿਕਰ ਕਰਦਾ ਜੀ। 3 ਮੰਜਿਆਂ ਦੇ ਥਾਵਾਂ ਬਣਾ ਕੇ ਚੀਜ਼ਾਂ ਰੱਖੀਆਂ ਗਈਆਂ, ਇੱਕ ਤੇ ਮਿਠਾਈ, ਇੱਕ ਤੇ ਖਿਡੌਣੇ, ਇੱਕ ਤੇ ਸ਼ਸਤਰ। ਤੇ ਸਾਹਿਬਜ਼ਾਦਿਆਂ ਨੂੰ ਆਖਿਆ ਵੀ ਤੁਹਾਨੂੰ ਕਿਹੜੀ ਚੀਜ਼ ਚਾਹੀਦੀ, ਜਿਹੜੀ ਚਾਹੀਦੀ ਉਹ ਫੜ ਲਵੋ। ਤੇ ਬਾਬਾ ਜ਼ੋਰਾਵਰ ਸਿੰਘ ਨੇ ਹੱਥ ਵਿੱਚ ਤਲਵਾਰ ਫੜ ਲਈ, ਬਾਬਾ ਫਤਿਹ ਸਿੰਘ ਨੇ ਨੇਜਾ ਫੜ ਲਿਆ। ਕਹਿਣ ਲੱਗੇ ਤੁਸੀਂ ਇਹ ਕਿਉਂ ਫੜਿਆ? ਕਹਿਣ ਲੱਗੇ ਸਾਡੇ ਗੁਰੂ ਪਿਤਾ ਦਾ ਹੁਕਮ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਨਹੀਂ ਸ਼ੋਭਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਆਪਣੇ ਅੰਦਰ ਦੇ ਮਨਸੂਬਿਆਂ ਨੂੰ ਪ੍ਰਗਟ ਕਰਦੇ ਨੇ। ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਅੱਜ ਪਹਿਲੇ ਦਿਨ ਇੱਥੇ ਬਹੁਤ ਡਰਾਵੇ ਦਿੱਤੇ ਜਾਂਦੇ ਨੇ। ਤਾਂ ਕਿਹਾ ਜਾਂਦਾ ਕਰਸੀ ਸਾਰਾ ਇਸਲਾਮ ਹੀ ਕਦਮ ਬੋਸੀ, ਸ਼ਾਹੀ ਤਖਤ ਤੇ ਤੁਹਾਨੂੰ ਬਿਠਾ ਦੇਵਾਂਗੇ, ਪਰ ਜੇ ਨਾ ਤੁਸਾਂ ਈਨ ਮੰਨੀ ਜੀਂਦੇ ਨੀਹਾਂ ਵਿੱਚ ਚਿਣਵਾ ਦੇਵਾਂਗੇ। ਮੇਰੇ ਸਤਿਗੁਰ ਪਾਤਸ਼ਾਹ ਜੀ ਦੇ ਫਰਜ਼ੰਦਾਂ ਨੂੰ ਜਿੱਥੇ ਲਾਲਚ ਦਿੱਤੇ ਉੱਥੇ ਡਰਾਵੇ ਵੀ ਦਿੱਤੇ। ਪਹਿਲੇ ਦਿਨ ਇਹਨਾਂ ਬੜਾ ਜ਼ੋਰ ਲਾਇਆ, ਸਿਰਫ ਬਾਹਰੀ ਤੌਰ ਤੇ ਗੱਲਾਂ ਕਹੀਆਂ ਗਈਆਂ। ਇਤਿਹਾਸ ਲਿਖਦਾ ਹੈ ਪਹਿਲੇ ਦਿਨ ਕੁਝ ਯਾਤਨਾਵਾਂ ਵੀ ਦਿੱਤੀਆਂ ਗਈਆਂ। 11 ਪੋਹ ਨੂੰ 12 ਪੋਹ ਨੂੰ ਫਿਰ ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਦੀ ਪੇਸ਼ੀ ਵੇਲੇ ਬੁਲਾਇਆ ਜਾਂਦਾ ਹੈ। ਕਵੀ ਦੂਨਾ ਸਿੰਘ ਹੰਡੂਰੀਆ ਲਿਖਦਾ ਹੈ ਪਹਿਲੇ ਦਿਨ ਦੀ ਪੇਸ਼ੀ ਦੇ ਦੌਰਾਨ ਨਵਾਬ ਸ਼ੇਰ ਮੁਹੰਮਦ ਖਾਨ ਨਹੀਂ ਸੀ, ਜਿਹੜਾ ਕੋਟਲੇ ਦਾ ਨਵਾਬ। ਜਿੱਦਣ ਦੂਜੇ ਦਿਨ ਦੀ ਪੇਸ਼ੀ ਸੀ ਨਾ, ਇਹਨਾਂ ਨੂੰ ਬੁਲਾਇਆ ਗਿਆ ਸਪੈਸ਼ਲ, ਕਿਉਂਕਿ ਇਹਨਾਂ ਦੇ ਭਰਾ ਜਿਹੜੇ ਸਨ ਨਾਹਰ ਖਾਂ ਤੇ ਇਹਦਾ ਜਿਹੜਾ ਭਤੀਜਾ ਸੀ ਗਣੀ ਖਾਂ, ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥੋਂ ਮਰੇ ਸਨ। ਇਹਨੂੰ ਬੁਲਾਇਆ ਸੀ ਵੀ ਪੇਸ਼ਕਾਰੀ ਕਰਾਂਗੇ ਵੀ ਇਹਨਾਂ ਬੱਚਿਆਂ ਨੂੰ ਤੂੰ ਜੋ ਸਜ਼ਾ ਦੇਣੀ ਦੇ। ਨਵਾਬ ਮਲੇਰ ਕੋਟਲੇ ਸ਼ੇਰ ਮੁਹੰਮਦ ਖਾਂ ਦਾ ਬੜਾ ਰੁਤਬਾ ਸੀ ਉੱਚਾ। ਇਹ ਬਿਲਕੁਲ ਨਵਾਬ ਵਜ਼ੀਰ ਖਾਂ ਦੇ ਬਰਾਬਰ ਸੀ ਇਹਨਾਂ ਦਾ ਰੁਤਬਾ। ਇਹ ਵੀ ਆਏ ਦੂਜੇ ਦਿਨ। ਇਤਿਹਾਸ ਲਿਖਦਾ ਹੈ ਉੱਥੇ ਦੂਨਾ ਸਿੰਘ ਹੰਡੂਰੀਆ ਜੀ ਲਿਖਦੇ ਨੇ ਪਿੱਪਲ ਸੀ ਜੀ ਇੱਥੇ ਇੱਕ ਛੋਟਾ ਜਿਹਾ, ਉਹਦੇ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ। ਸਮਝਦੇ ਗੁਲੇਲ, ਉਹਦੇ ਵਿੱਚ ਪੱਥਰ ਪਾ ਕੇ ਤੇ ਮਾਰੇ ਗਏ, ਹੱਥ ਬੰਨੇ ਹੋਏ ਸਨ। ਇੱਥੋਂ ਤੱਕ ਲਿਖ ਦਿਓ, ਕਹਿੰਦਾ ਮੈਂ ਪੰਗਤੀਆਂ ਤੁਹਾਡੇ ਸਾਹਮਣੇ ਰੱਖਾਂ ਜਿਨ੍ਹਾਂ ਵਿੱਚ ਉਹਨੇ ਜ਼ਿਕਰ ਕੀਤਾ। ਕਹਿਣ ਲੱਗੇ ਜਦੋਂ ਹੱਥਾਂ ਗੁਲੇਲੇ ਵੱਜੇ ਨਾ ਤੇ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਇੱਕ ਗੁਲੇਲਾ ਵੱਜਾ ਕੇ, ਖੱਬੀ ਅੱਖ ਤੇ ਜਦੋਂ ਗੁਲੇਲਾ ਵੱਜਾ ਤੇ ਖੂਨ ਨਿਕਲਣ ਲੱਗ ਗਿਆ ਅੰਦਰੋਂ। ਹੁਣ ਬਾਬਾ ਫਤਿਹ ਸਿੰਘ ਹੱਥ ਵੱਜੇ ਹੋਏ ਨੇ ਪਿੱਛੇ ਦੋਨਾਂ ਦੇ, ਤੇ ਪੁੱਛਦਾ ਉੱਥੇ ਵਜ਼ੀਰ ਖਾਂ। ਕਹਿਣ ਲੱਗੇ ਬੇਟਾ ਅਜੇ ਵੀ ਸਾਡੀ ਗੱਲ ਮੰਨ ਲਓ, ਜੇ ਤੁਹਾਨੂੰ ਅਜੇ ਵੀ ਡਰ ਹੈ, ਕੁਛ ਮਨ ਵਿੱਚ ਖਿਆਲ ਹੈ, ਤੇ ਸਾਡੀ ਕਹੇ ਗੱਲਾਂ ਨੂੰ ਤੁਸੀਂ ਸਵੀਕਾਰ ਕਰ ਲਓ। ਬਾਬਾ ਫਤਿਹ ਸਿੰਘ ਜੀ ਨੂੰ ਕਹਿੰਦਾ ਵੇਖਿਆ ਐਸੀਆਂ ਯਾਤਨਾਵਾਂ ਮਿਲਣਗੀਆਂ, ਅਜੇ ਵੀ ਸਾਡੀ ਗੱਲ ਨੂੰ ਤੁਸੀਂ ਪ੍ਰਵਾਨ ਕਰ ਲਓ। ਹੁਣ ਬਾਬਾ ਫਤਿਹ ਸਿੰਘ ਜੀ ਸਰਦੀ ਦੇ ਦਿਨ ਨੇ, ਉਹ ਹੱਥ ਪਿੱਛੇ ਬੰਨੇ ਨੇ,
ਮੋਢੇ ਦੇ ਨਾਲ ਆਪਣੀ ਅੱਖ ਨੂੰ ਸਾਫ਼ ਕਰਦਿਆਂ ਕਹਿੰਦੇ ਨੇ, ਸਿਰ ਘੁਮਾ ਕੇ ਕਹਿੰਦੇ ਨੇ, ਨਹੀਂ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ, ਅਸੀਂ ਤੁਹਾਡੀ ਗੱਲ ਈਨ ਨਹੀਂ ਮੰਨਣੀ। ਔਰ ਮੈਂ ਕਹਿੰਦਾ ਸਿਰਫ ਗੁਰਮੁਖੋ ਇਹ ਗੱਲ ਸਾਹਿਬਜ਼ਾਦਿਆਂ ਦੀ ਨਹੀਂ, ਤੁਸੀਂ ਬਾਣੀ ਪੜ੍ਹੋ। ਭਗਤ ਨਾਮਦੇਵ ਜੀ ਦੀ ਇੱਕ ਬੜੀ ਪਿਆਰੀ ਉਦਾਹਰਨ ਬਾਣੀ ਵਿੱਚੋਂ ਮਿਲਦੀ ਹੈ। ਮੈਂ ਖਿੰਨ ਮਾਤਰ ਬਾਹਰ ਨਿਕਲਿਆ, ਮੈਂ ਕਹਿ ਕੇ ਸਮਾਪਤੀ ਕਰਨੀ ਬਸ। ਭਗਤ ਨਾਮਦੇਵ ਜੀ ਦੇ ਸਾਹਮਣੇ ਮਰੀ ਗਾਂ ਰੱਖ ਦਿੱਤੀ, ਕਹਿੰਦੇ ਇਹਨੂੰ ਜਿੰਦਾ ਕਰੋ ਜੀ। ਭਗਤ ਨਾਮਦੇਵ ਉਸ ਵੇਲੇ ਮੁਹੰਮਦ ਗੋਰੀ ਸੀ, ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ। ਉਹ ਜਾ ਕੇ ਜਿਹੜੇ ਦੋਖੀ ਸੀ ਉਹਨਾਂ ਫਰਿਆਦਾਂ ਕੀਤੀਆਂ ਬਾਦਸ਼ਾਹ ਦੇ ਅੱਗੇ ਵੀ ਇਹ ਰਾਮ, ਇਹ ਅੱਲਾ ਨਹੀਂ ਕਹਿੰਦਾ, ਰਾਮ ਰਾਮ ਕਰਦਾ ਹੈ, ਇਹ ਰਾਮ ਨੂੰ ਜਪਦਾ ਹੈ। ਉਹਨਾਂ ਕਿਹਾ ਵੀ ਇਹ ਕਾਫਰ, ਇਹਨੂੰ ਲਿਆਓ ਦਰਬਾਰ ਵਿੱਚ। ਕਹਿੰਦੇ ਜੇ ਤੇਰਾ ਰੱਬ ਏਡਾ ਵੱਡਾ ਹੈ ਨਾ ਤੇ ਇਸ ਮਰੀ ਹੋਈ ਗਾਂ ਨੂੰ ਜਿੰਦਾ ਕਰ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਇਹ ਕਿਵੇਂ ਹੋ ਸਕਦਾ, ਵੀ ਮੇਰੇ ਹੱਥ ਵਿੱਚ ਥੋੜਾ ਹੈ ਮਰੀ ਗਾਂ ਨੂੰ ਜਿੰਦਾ ਕਰਨਾ। ਕਰ ਹੈ ਰਾਮ ਹੋਏ ਹੈ ਸੋਏ, ਹਮਰਾ ਕੀਆ ਕਛੂ ਨਾ ਹੋਏ, ਮੇਰੇ ਕੀਤੇ ਕੀ ਹੋਣਾ ਹੈ। ਕਹਿਣ ਲੱਗੇ ਜੇ ਤੇਰੇ ਕੀਤੇ ਨਹੀਂ ਹੋਣਾ ਤੇ ਫਿਰ ਮੌਤ ਸਵੀਕਾਰ ਕਰ ਲੈ। ਮਾਂ ਨੂੰ ਪਤਾ ਲੱਗਦਾ, ਮਾਂ ਭੱਜੀ ਭੱਜੀ ਆਉਂਦੀ, ਕਹਿੰਦੀ ਨਾਮਦੇਵ ਛੋੜ, ਰਾਮ ਕੀ ਨਾ ਭਜੈ ਖੁਦਾ ਹੈ। ਰਾਮ ਕਹਿਣਾ ਛੱਡ ਦੇ, ਖੁਦਾ ਕਹਿ ਦੇ, ਕਿਹੜਾ ਤੇਰਾ ਕੁਝ ਜਾਂਦਾ ਹੈ। ਪਰ ਧਿਆਨ ਦੇਣਾ, ਭਗਤ ਨਾਮਦੇਵ ਜੀ ਕਹਿੰਦੇ ਨੇ, ਨਹੀਂ ਮਾਂ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਈ, ਮੈਂ ਤੇਰਾ ਪੁੱਤਰ ਨਹੀਂ ਤੇ ਤੂੰ ਮੇਰੀ ਮਾਂ ਨਹੀਂ। ਤੂੰ ਮੈਨੂੰ ਕਹਿੰਦੀ ਹੈ ਵੀ ਰਾਮ ਕਹਿ ਕੇ ਅੱਲਾ ਕਵਾਂ, ਰਾਮ ਛੱਡ ਕੇ ਅੱਲਾ ਕਵਾਂ। ਧਿਆਨ ਦੇਣਾ, ਈਨ ਮਨਾਉਣ ਦੇ ਲਈ ਰਾਮ ਕਹਿ ਕੇ ਅੱਲਾ ਕਹਿਣ ਲਈ ਕਹਿੰਦੇ ਨੇ, ਰਾਮ ਛੱਡ ਕੇ ਅੱਲਾ ਕਹਿਣ ਲਈ ਨਹੀਂ ਕਹਿੰਦੇ। ਪਰ ਜਦੋਂ ਆਪਣੇ ਵਜਦ ਵਿੱਚ ਆਉਂਦੇ ਨੇ ਉਦੋਂ ਅੱਲਾ ਵੀ ਕਹੀ ਜਾਂਦੇ ਨੇ, ਉਦੋਂ ਕਰੀਮ ਵੀ ਕਹੀ ਜਾਂਦੇ ਨੇ, ਉਦੋਂ ਰਹੀਮ ਵੀ ਕਹੀ ਜਾਂਦੇ ਨੇ ਅੱਲਾ ਨੂੰ। ਉਦੋਂ ਅੱਲਾ ਲਈ ਸਾਰੇ ਲਕਬ ਵਰਤਦੇ ਨੇ ਭਗਤ ਨਾਮਦੇਵ ਜੀ। ਇਹ ਅਸਲ ਵਿੱਚ ਭਗਤ ਦੀ ਭਾਵਨਾ ਹੈ। ਜੇ ਈਨ ਮਨਾਓਗੇ, ਆਖੋਗੇ ਰੱਬ ਵਾਹਿਗੁਰੂ ਕਹਿ ਕੇ ਅੱਲਾ ਕੋ, ਤੇ ਅਸੀਂ ਨਹੀਂ ਕਹਿਣਾ। ਇੱਥੇ ਅਸਲ ਵਿੱਚ ਗੱਲ ਸੀ ਈਨ ਮਨਾਉਣ ਦੀ। ਨਹੀਂ ਤੇ ਬਾਬੇ ਨਾਨਕ ਦੇ ਘਰ ਵਿੱਚ ਧਿਆਨ ਦੇਣਾ, ਇੱਥੇ ਤੇ ਆਵਾਜ਼ ਆਉਂਦੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਉੱਠ ਫਰੀਦਾ ਉੱਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨੀਵੈ ਸੋ ਸਿਰ ਕੱਪ ਉਤਾਰ। ਇਹ ਕਿਹੜਾ ਧਰਮ ਹੈ ਜੀ ਜਿੱਥੇ ਇਹ ਧਿਆਨ ਦੇਣਾ। ਅੱਜ ਤੁਸੀਂ ਕਹੋਗੇ ਵੀ ਗੱਲ ਸਤਿਗੁਰ ਨੇ ਇੱਕ ਰੱਬ ਨੂੰ ਮੰਨਣ ਦੀ ਕੀਤੀ ਏ, ਪਰ ਜਦੋਂ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਇੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ 5 ਵੇਲੇ ਦੀ ਨਮਾਜ਼ ਪੜ੍ਹ, ਜੇ ਤੂੰ ਨਹੀਂ ਪੜ੍ਹਦਾ ਤੂੰ ਸੱਚਾ ਮੁਸਲਮਾਨ ਨਹੀਂ, ਫਿਰ ਸਾਚੇ ਤੈਨੂੰ ਮੁਸਲਮਾਨ ਅਖਵਾਉਣ ਦਾ ਵੀ ਹੱਕ ਨਹੀਂ। ਇਸ ਤੋਂ ਵੱਡੀ ਗੱਲ ਤੁਸੀਂ, ਮੈਂ ਕਹਿੰਦਾ ਇੰਨੀ ਅਸੀਂ ਕੱਟੜਤਾ ਵਿੱਚ ਵੱਜੇ। ਤੁਸੀਂ ਕਿਤੇ ਮੰਦਿਰ ਦੇ ਵਿੱਚ ਜਾ ਕੇ ਅੱਲਾ ਕਹਿ ਕੇ ਦਿਖਾ ਦਿਓ, ਜਾਂ ਕਿਸੇ ਮਸਜਿਦ ਵਿੱਚ ਖੜੇ ਹੋ ਕੇ ਰਾਮ ਬੋਲ ਕੇ ਦਿਖਾ ਦਿਓ। ਇਹ ਬਾਬੇ ਨਾਨਕ ਦਾ ਘਰ ਹੈ। ਇੱਥੇ ਰਾਮ ਵੀ ਬੋਲਿਆ ਜਾਂਦਾ ਹੈ, ਇੱਥੇ ਰਹੀਮ ਵੀ ਬੋਲਿਆ ਜਾਂਦਾ ਹੈ, ਇੱਥੇ ਕਰੀਮ ਵੀ ਬੋਲਿਆ ਜਾਂਦਾ ਹੈ, ਇੱਥੇ ਅੱਲਾ ਵੀ ਆਖਿਆ ਜਾਂਦਾ ਹੈ। ਇੱਥੇ ਤੇ ਗੱਲ ਇੱਕੋ ਹੀ ਕਹੀ, ਭਾਈ ਬੋਲ ਕੁਝ, ਪਰ ਇੱਕ ਗੱਲ ਚੇਤੇ ਰੱਖੀ, ਜੁੜੀ ਉਸ ਇੱਕ ਦੇ ਨਾਲ ਜਿਹੜਾ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਾਲ 12 ਤਰੀਕ ਨੂੰ 12 ਪੋਹ ਨੂੰ ਇੱਥੇ ਬੜੀਆਂ ਯਾਤਨਾਵਾਂ ਦਿੱਤੀਆਂ ਜਾਂਦੀਆਂ ਨੇ। ਇੱਥੋਂ ਤੱਕ ਡਾਕਟਰ ਗੰਡਾ ਸਿੰਘ ਲਿਖਦੇ ਨੇ, ਜਿਹੜੀਆਂ ਉਂਗਲਾਂ ਨੇ ਨਾ ਸਾਡੀਆਂ, ਇਹਨਾਂ ਉਂਗਲਾਂ ਦੇ ਵਿੱਚ ਫੀਤੇ ਲਾਏ ਗਏ। ਫੀਤੇ ਤੁਸੀਂ ਵੇਖੋ, ਜਿਹੜੇ ਬੰਬ ਦੇ ਅੱਗੇ ਫੀਤਾ ਹੁੰਦਾ ਨਾ, ਉਹਦੇ ਅੰਦਰ ਮਸਾਲਾ ਪਾ ਕੇ ਇਹੋ ਜਿਹੇ ਫੀਤੇ ਉਂਗਲਾਂ ਦੇ ਅੰਦਰ ਪਾ ਕੇ ਤੇ ਅੱਗ ਲਾ ਦੇਣੀ। ਉਹ ਅੱਗ ਸਹਿਜੇ ਸਹਿਜੇ ਬਲ ਕੇ ਉਂਗਲਾਂ ਤੱਕ ਅੰਦਰੋਂ ਉਂਗਲਾਂ ਸੜ ਜਾਂਦੀਆਂ ਸਨ। ਫੀਤੇ ਲਾਏ ਗਏ, ਕਹਿਣ ਲੱਗੇ ਉਂਗਲਾਂ ਦੇ ਵਿੱਚ, ਤਾਂ ਕਿ ਈਨ ਮੰਨ ਲੈਣ। ਸਾਰਾ ਦਿਨ ਯਾਤਨਾਵਾਂ। ਮੈਂ ਕਹਿੰਦਾ ਜਦੋਂ ਤੂਤ ਦੀਆਂ ਚਮਕਾਂ ਮਾਰੀਆਂ ਹੋਣਗੀਆਂ ਇੰਨੀ ਠੰਡ ਵਿੱਚ, ਸਾਧ ਸੰਗਤ ਫੀਲ ਕਰਕੇ ਸ਼ਾਮ ਨੂੰ ਜਦੋਂ ਮਾਤਾ ਕੋਲੋਂ ਗਏ ਹੋਣਗੇ, ਇੱਥੇ ਹੀ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਆਖਿਆ ਸੀ ਵੀ ਤੁਸੀਂ ਆਪਣੇ ਭਰਾਵਾਂ ਦਾ ਬਦਲਾ ਲੈ ਲਓ, ਜੋ ਤੁਸੀਂ ਚਾਹੋ ਇਹਨਾਂ ਨੂੰ ਸਜ਼ਾ ਦੇ ਦਿਓ, ਇਹਨਾਂ ਨੂੰ ਆਪਣੇ ਨਾਲ ਲੈ ਜਾਓ। ਸ਼ੇਰ ਮੁਹੰਮਦ ਖਾਨ ਕਹਿੰਦਾ ਨਹੀਂ, ਬਦਲਾ ਹੀ ਲੈਣਾ ਹੋਗਾ तो हम लेंगे बाप से। ਜੇ ਬਦਲਾ ਲੈਣਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲਵਾਂਗੇ। ਉਹਨੇ ਮੇਰੇ ਭਰਾ ਤੇ ਮੇਰੇ ਭਤੀਜਿਆਂ ਨੂੰ ਮਾਰਿਆ ਮੈਦਾਨੇ ਜੰਗ ਵਿੱਚ, ਮੈਂ ਇਹਨਾਂ ਦੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਨੂੰ ਮਾਰਾਂਗਾ ਮੈਦਾਨੇ ਜੰਗ ਵਿੱਚ। ਉਹਨੇ ਸੂਰਮਿਆਂ ਵਾਲੀ ਗੱਲ ਕੀਤੀ ਜੀ। ਉਹਨੇ ਆਖਿਆ ਵੀ ਬੱਚੇ ਨੇ ਤੁਹਾਡੇ ਹੱਥ ਵਿੱਚ ਨੇ। ਕਹਿਣ ਲੱਗੇ ਮੇਰਾ ਧਰਮ ਨਹੀਂ ਕਹਿੰਦਾ ਵੀ ਮੈਂ ਨਾ ਬੱਚਿਆਂ ਨੂੰ ਮਾਰਾਂ, ਇਹਨਾਂ ਨੂੰ ਸ਼ਹੀਦ ਕਰਾਂ। ਨਵਾਬ ਮਲੇਰਕੋਟਲਾ ਇੰਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਂ ਚਲਾ ਗਿਆ ਜੀ। ਇੱਥੇ ਜਿਹੜਾ ਸੁੱਚਾ ਆਨੰਦ ਸੀ, ਫਿਰ ਜਿਹਨੂੰ ਆ ਕੌਮ ਝੂਠਾ ਆਨੰਦ ਕਹਿੰਦੀ, ਇਹਨੇ ਫਿਰ ਇੱਥੇ ਤਰਤੀਬ ਖੇਡੀ। ਇਹਨੇ ਆਖਿਆ ਵੀ ਜੇ ਤੁਹਾਨੂੰ ਛੱਡ ਦਿਆਂਗੇ ਤੇ ਕੀ ਕਰੋਗੇ, ਵੀ ਗੱਲਬਾਤ ਚੱਲ ਰਹੀ, ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ।
ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਵਿੱਚ ਜੰਗਲਾਂ ਜਾਵਾਂਗੇ, ਸਿੱਖ ਇਕੱਠੇ ਕਰਕੇ ਲਿਆਵਾਂਗੇ, ਉਨੀ ਦੇਰ ਤੱਕ ਲੜਾਂਗੇ ਜਿੰਨੀ ਦੇਰ ਤੱਕ ਜ਼ੁਲਮ ਖਤਮ ਨਹੀਂ ਹੋ ਜਾਂਦਾ। ਤੇ ਇੱਥੇ ਫਿਰ ਸੁੱਚਾ ਨੰਦ ਕਹਿੰਦਾ ਦੇਖਾ ਵਜ਼ੀਰ ਖਾਨ ਨੂੰ ਵੀ ਇਹ ਸਪੋਲੀਏ ਨੇ, ਸੱਪ ਦੇ ਬੱਚੇ ਨੇ, ਇਹਨਾਂ ਨੂੰ ਤੁਸੀਂ ਐਵੇਂ ਨਾ ਜਾਣੋ, ਨਾਗੋ ਕਿ ਤੁਮ ਪੂਤ ਪਛਾਨੋ। ਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦਾਂ ਨੂੰ ਇੱਥੇ ਫਿਰ ਵਜ਼ੀਰ ਖਾਂ ਉਸ ਵੇਲੇ ਕਾਜੀ ਨੂੰ ਕਹਿੰਦਾ ਵੀ ਇਹਨਾਂ ਤੇ ਫਤਵਾ ਲਾਗੂ ਕਰੋ। ਵੇਖੋ ਹੁਣ ਕਾਜੀ ਜਿਹੜਾ ਉਹ ਕੁਰਾਨ ਪੜ੍ਹ ਕੇ ਫਤਵਾ ਲਾਉਂਦਾ ਜੀ। ਹੁਣ ਕੁਰਾਨ ਦੇ ਵਿੱਚ ਕਿਤੇ ਐਸਾ ਨਹੀਂ ਵੀ ਜਿੱਥੇ ਲਿਖਿਆ ਹੋਵੇ ਵੀ 8 ਸਾਲ ਦੇ 6 ਸਾਲ ਦੇ ਬੱਚੇ ਲਈ ਕੋਈ ਸਜ਼ਾ ਨਿਯਤ ਕੀਤੀ ਜਾਏ ਜਾਂ ਔਰਤ ਲਈ ਕੋਈ ਸਜ਼ਾ ਨਿਯਤ ਕੀਤੀ ਜਾਏ। ਪਰ ਧਿਆਨ ਦੇਣਾ, ਕਾਜੀ ਵਿਕਿਆ ਹੋਇਆ ਸੀ। ਮੇਰੇ ਸਤਿਗੁਰੂ ਨੇ ਐਵੇਂ ਬਾਣੀ ਵਿੱਚ ਨਹੀਂ ਆਖਿਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਕਾ। ਸੱਚ ਵਿੱਚ ਜਦੋਂ ਧਰਮ ਦਾ ਆਗੂ ਅੰਨਾ ਹੋ ਜਾਂਦਾ ਹੈ, ਉਸ ਵੇਲੇ ਉਹ ਧਰਮ ਨੂੰ ਉੱਥੇ ਲਿਜਾ ਕੇ ਖੜਾ ਕਰ ਦਿੰਦਾ ਹੈ ਜਿੱਥੇ ਧਰਮ ਦਾ ਨਾਸ਼ ਸ਼ੁਰੂ ਹੁੰਦਾ ਹੈ। ਕਾਦੀ ਵਿਕਿਆ ਹੋਇਆ ਸੀ। ਇਹਨੇ ਜੋ ਵਜ਼ੀਰ ਖਾਨ ਨੇ ਕਿਹਾ, ਇਹਦੇ ਸਾਹਮਣੇ ਸਿਰਫ ਮਾਇਆ ਪੈਸੇ ਦੌਲਤ ਨੱਚ ਰਹੀ ਸੀ ਅੱਖਾਂ ਦੇ ਸਾਹਮਣੇ। ਜੋ ਵਜ਼ੀਰ ਖਾਨ ਨੇ ਕਿਹਾ, ਸਵੇਰ ਨੂੰ ਨੀਹਾਂ ਵਿੱਚ ਚਿਣਨ ਦੀ ਸਜ਼ਾ 12 ਪੋਰ ਸ਼ਾਮ ਨੂੰ ਦੇ ਦਿੱਤੀ ਗਈ। ਦਾਦੀ ਕੋਲ ਗਏ, ਕਹਿੰਦੇ ਮਤ ਦਾ ਕੇ ਦੱਸਦੇ ਨੇ ਸਾਰਾ ਬਿਰਤਾਂਤ ਕੀ ਕੁਝ ਹੋਇਆ। ਜਿਵੇਂ ਜਿਵੇਂ ਦੱਸਦੇ ਨੇ, ਸਰੀਰ ਤੇ ਲਾਛਾਂ ਪਈਆਂ ਨੇ ਤੂਤ ਦੀਆਂ ਛੜੀਆਂ ਨਾਲ, ਮਾਸ ਉੱਚਾ ਉੱਠਿਆ ਪਿਆ, ਨੀਲ ਪਏ ਨੇ ਤਨ ਤੇ। ਮਾਤਾ ਗੁਜਰ ਕੌਰ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਆਪਣੀ ਗੋਦ ਦਾ ਨਿੱਘ ਦਿੰਦੀ ਏ। ਇਹੀ ਗੱਲ ਕਹਿੰਦੀ, ਤੁਸੀਂ ਤੇਗ ਬਹਾਦਰ ਦੇ ਪੁੱਤਰ ਹੋ, ਡੋਲਿਆ ਜੇ ਨਾ, ਕੱਲ ਨੂੰ ਫਿਰ ਤੁਹਾਨੂੰ ਕਹਿਣਗੇ ਤੁਸੀਂ ਇੱਕੋ ਹੀ ਗੱਲ ਕਹਿਣੀ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀਂ ਤੁਹਾਡੇ ਕਹਿਣੇ ਵਿੱਚ ਨਹੀਂ ਆਣਾ। ਅਗਲਾ ਦਿਨ ਫਿਰ ਚੜ੍ਹਦਾ, 13 ਪੋਹ ਨੂੰ ਸਵੇਰੇ ਕਚਹਿਰੀ ਫਿਰ ਲੱਗਦੀ ਹੈ, ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ। ਭਰੀ ਸਭਾ ਦੇ ਵਿੱਚ ਸਾਸਲ ਬੇਗ ਤੇ ਬਾਸਲ ਬੇਗ, ਇਸ ਸਮਾਣੇ ਦੇ ਰਹਿਣ ਵਾਲੇ ਜਲਾਦ ਆਉਂਦੇ ਨੇ। ਧਿਆਨ ਦੇਣਾ, ਇੱਥੇ ਚੂਨਾ ਵੀ ਆ ਗਿਆ, ਇੱਟਾਂ ਵੀ ਆ ਗਈਆਂ, ਗਾਰਾਂ ਵੀ ਆ ਗਿਆ, ਸਭ ਕੁਝ ਆ ਗਿਆ। ਇੱਥੇ ਫਿਰ ਸਾਹਿਬਜ਼ਾਦਿਆਂ ਨੂੰ ਕਿਹਾ ਜਾਂਦਾ ਹੈ ਅਜੇ ਵੀ ਮੰਨ ਜਾਓ, ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਬਸ ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਖੜਾ ਕਰਕੇ ਨੀਹਾਂ ਚਿਣੀਆਂ ਜਾਂਦੀਆਂ ਨੇ, ਦੀਵਾਰ ਖੜੀ ਕੀਤੀ ਜਾਂਦੀ ਹੈ। ਦੀਵਾਰ ਖੜੀ ਕਰਦਿਆਂ ਇੰਨਾ ਜ਼ੁਲਮ ਦਾ ਭਰਿਆ ਸੀ ਵਜ਼ੀਰ ਖਾਂ, ਜਦੋਂ ਇਤਿਹਾਸ ਲਿਖਦਾ ਇੱਟਾਂ ਗੋਡਿਆਂ ਤੱਕ ਆਈਆਂ ਸੀ ਨਾ, ਉਹਨੇ ਇਹ ਨਹੀਂ ਵੇਖਿਆ ਵੀ ਉਮਰ ਇੰਨੀ ਛੋਟੀ ਏ, ਉਹਨੇ ਆਖਿਆ ਇਹਨਾਂ ਦੇ ਗੋਡੇ ਛਾਂਕ ਦਿਓ ਪਰ ਕੰਧ ਨਹੀਂ ਟੇਢੀ ਹੋਣੀ ਚਾਹੀਦੀ। ਸਾਹਿਬਜ਼ਾਦਿਆਂ ਨੂੰ ਐਸੀਆਂ ਯਾਤਨਾਵਾਂ, ਪਰ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਿੱਖ ਕੌਮ ਦੇ। ਅਸੀਂ ਐਵੇਂ ਥੋੜ੍ਹਾ ਉਹਨਾਂ ਨੂੰ ਬਾਬੇ ਕਹਿੰਦੇ ਹਾਂ। ਵੇਖੋ ਆ ਪਿਛਲੇ ਦਿਨ ਵੀਰ ਬਾਲ ਦਿਵਸ, ਬੜਾ ਕੌਮ ਨੇ ਇਤਰਾਜ਼ ਕੀਤਾ ਇਸ ਗੱਲ 'ਤੇ, ਕਰਨਾ ਵੀ ਚਾਹੀਦਾ ਹੈ। ਔਰ ਸੱਚ ਹੈ, ਸਰਕਾਰਾਂ ਨੂੰ ਵੀ ਸਾਡੀ ਭਾਵਨਾ ਵੇਖਣੀ ਚਾਹੀਦੀ ਹੈ। ਪਰ ਸੱਚ ਹੈ, ਜੇ ਆਗੂ ਹੀ ਅੰਨੇ ਹੋ ਜਾਣ ਜੀ, ਜਿਉਂ ਹੀ ਖੜੇ ਹੋ ਜਾਣ ਨਾਲ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਅਕਾਲ ਤਖਤ ਤੋਂ, ਪਰ ਦਿੱਲੀ ਕਮੇਟੀ ਨਾਲ ਖੜੀ ਸੀ। ਕੀ ਕਹੋਗੇ ਜੀ? ਮੈਂ ਕਹਿੰਦਾ ਅਜੇ ਦਿਨ ਇੱਕ ਹੀ ਲੰਘਿਆ ਹੈ। ਤੁਸੀਂ ਕੱਲ੍ਹ ਨੂੰ ਉਹਨਾਂ ਇਤਿਹਾਸ ਵੇਖ ਲਓ, ਉਹਨਾਂ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੁਣ ਚੱਲ ਰਹੀਆਂ ਨੇ, ਮਾਤ ਗੁਜਰ ਕੌਰ ਦੇ ਗੋਦ ਵਿੱਚ ਸਾਹਿਬਜ਼ਾਦੇ ਨੇ, ਉਹਨਾਂ ਦੇ ਸਿਰ 'ਤੇ ਕੇਸਕੀਆਂ ਨਹੀਂ, ਉਹਨਾਂ ਦੇ ਸਿਰ 'ਤੇ ਜਿਹੜੀਆਂ ਹੁੰਦੀਆਂ ਸਨ ਨਾ ਰਜਵਾੜਿਆਂ ਦੀਆਂ, ਜਿਹੜੀਆਂ ਹੁੰਦੀਆਂ ਸੀ ਟੋਪੀਆਂ, ਉਹ ਟੋਪੀਆਂ ਉਹਨਾਂ ਦੇ ਸਿਰ 'ਤੇ ਅਗਲਿਆਂ ਨੇ ਪਾ ਵੀ ਦਿੱਤੀਆਂ ਨੇ। ਰੁਕ ਜਾਓ ਥੋੜ੍ਹੇ ਸਾਲ, ਦੇਖੋ ਫਿਰ ਕੀ ਕੁਝ ਕਰਦੇ ਨੇ ਅਗਲੇ। ਉਹ ਤਾਂ ਚਾਹੁੰਦੇ ਨੇ ਤੁਹਾਨੂੰ ਆਪਣੇ ਵਿੱਚ ਰਲਾ ਕੇ ਮਲੀਆ ਮੇਟ ਕਰ ਦਈਏ, ਮਿਲਗੋਬਾ ਕਰ ਦਈਏ, ਖਤਮ ਕਰ ਦਈਏ, ਜਿਵੇਂ ਦੂਜੇ ਕੀਤੇ ਨੇ, ਪਤਾ ਹੀ ਨਾ ਲੱਗੇ। ਸੱਚ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਨਹੀਂ, ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰਾ ਨਿਆਰਾ ਹੈ, ਇਹ ਭਰਮ ਪੇਖ ਤੋਂ ਨਿਆਰਾ ਰਹੇਗਾ। ਸੱਚ ਹੈ, ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਮੇਰੇ ਸਤਿਗੁਰ ਪਾਤਸ਼ਾਹ ਜੀ ਦੇ ਫਰਜ਼ੰਦਾਂ ਨੂੰ ਇੱਥੇ ਨੀਹਾਂ ਵਿੱਚ ਚਿਣਿਆ ਜਾਂਦਾ ਹੈ, ਨੀਹਾਂ ਡਿੱਗਦੀਆਂ ਨੇ। ਫਿਰ ਵਜ਼ੀਰ ਖਾਂ ਵੱਲ ਸਾਸਲ ਬੇਗ ਬਾਗਸ਼ਲ ਬੇਗ ਵੇਖਦੇ ਨੇ ਤੇ ਵਜ਼ੀਰ ਖਾਂ ਹੁਕਮ ਕਰਦਾ ਹੈ, ਸਾਹਿਬਜ਼ਾਦਿਆਂ ਦੀ ਜਿਹੜੀ ਸਾਰ ਨਾਗੇ, ਇਹਨੂੰ ਵੱਢ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ। ਇਤਿਹਾਸ ਲਿਖਦਾ ਹੈ ਵੀ ਬਾਬਾ ਜੋਰਾਵਰ ਸਿੰਘ ਉਹ ਜਿਵੇਂ ਸਾਰ ਅੱਗ ਵੱਢੀ, ਉਹ ਸ਼ਹੀਦੀ ਨੂੰ ਪ੍ਰਾਪਤ ਕਰ ਗਏ। ਪਰ ਬਾਬਾ ਫਤਿਹ ਸਿੰਘ ਜਦੋਂ ਸਾਰ ਅੱਗ ਵੱਢੀ, ਹੋ ਸਕਦਾ ਠੀਕ ਤਰ੍ਹਾਂ ਵੱਢੀ ਨਾ ਗਈ ਹੋਵੇ, ਉਹ ਕਹਿੰਦਾ ਆਦ ਘੜੀ ਤੱਕ, ਤਕਰੀਬਨ 12 ਮਿੰਟ ਤੱਕ ਬਾਬਾ ਫਤਿਹ ਸਿੰਘ ਜੀ ਪੈਰ ਮਾਰਦੇ, ਉਹਨਾਂ ਦੇ ਪੈਰ ਹਿਲਦੇ ਰਹੇ। ਬਾਬਿਆਂ ਦੀ ਸ਼ਹਾਦਤ ਹੋਈ। ਇੱਧਰ ਮਾਤਾ ਗੁਜਰ ਕੌਰ ਜੀ, ਉਹਨਾਂ ਨੂੰ ਅਸੀਂ ਪੰਥ ਕਹਿ ਦਿੰਦਾ ਵੀ ਉਹਨਾਂ ਨੂੰ ਸਵਾਸ ਚੜ੍ਹਾ ਲਏ ਜੀ ਉੱਪਰ,
ਮੈਂ ਕਹਿੰਦਾ ਐਸੀ ਦ੍ਰਿੜਤਾ ਵਾਲੀ ਦਾਦੀ ਉਹ ਐਵੇਂ ਮੌਤ ਨੂੰ ਗਲੇ ਲਾ ਲੇਗੀ, ਨਹੀਂ। ਮਾਤਾ ਗੁਜਰ ਕੌਰ ਨੂੰ ਸ਼ਹੀਦ ਕੀਤਾ ਗਿਆ। ਕਈ ਇਤਿਹਾਸਕਾਰ ਲਿਖਦੇ ਨੇ ਠੰਡੇ ਬੁਰਜ ਤੋਂ ਥੱਲੇ ਸੱਟਿਆ, ਕਈ ਕਹਿੰਦੇ ਨੇ ਉਹਨਾਂ ਨੂੰ ਹੋਰ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਪਰ ਇਤਿਹਾਸ ਵਿੱਚ ਇੱਥੇ ਬੜੀਆਂ ਰਾਵਾਂ ਨੇ। ਪਰ ਇਹ ਸੱਚ ਹੈ ਕਿ ਇੰਨੀ ਦ੍ਰਿੜਤਾ ਦੇਣ ਵਾਲੀ ਮਾਤ ਗੁਜਰ ਕੌਰ ਜੀ, ਐਸਾ ਨਹੀਂ ਹੋ ਸਕਦਾ ਵੀ ਉਹਨਾਂ ਸਵਾਸ ਚੜਾ ਲਏ ਹੋਣ ਤੇ ਉਹ ਆਪਣੇ ਪ੍ਰਾਣ ਛੱਡ ਦਿੱਤੇ ਹੋ, ਨਹੀਂ। ਮਾਤ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਅੱਜ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ। ਮੈਂ ਕਹਿੰਦਾ ਗੁਰੂ ਕੀ ਗੋਦ ਵਿੱਚ ਤੁਸੀਂ ਇੰਨੇ ਦਿਨਾਂ ਤੋਂ ਸਜੇ ਹੋ, ਸਿਰਫ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਿਓ। ਸਾਧ ਸੰਗਤ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਮਹਿਸੂਸ ਕਰਦੇ ਹੋ ਨਾ, ਉਹ ਤੁਹਾਡੇ ਮਨ 'ਤੇ ਅਸਰ ਕਰਦੀ ਹੈ। ਐਸਾ ਨਹੀਂ ਵੀ ਅੱਜ ਸੁਣਿਆ ਤੇ ਕੱਲ੍ਹ ਤੋਂ ਆਪਾਂ ਫਿਰ ਹੋਵੇ, ਨਹੀਂ। ਇਹ ਆਪਣੇ ਅੰਦਰ ਪਰਪੱਕ ਕਰ ਲਓ। ਕੋਈ ਜੀਵਨ ਦੇ ਅੰਦਰ ਵਿਪਤਾ ਖੜੀ ਹੋ ਜਾਏ, ਬਸ ਸਾਹਿਬਜ਼ਾਦਿਆਂ ਨੂੰ ਚੇਤੇ ਕਰ ਲਿਆ ਕਰੋ। ਕੋਈ ਮੁਸ਼ਕਲ ਹੋਵੇ, ਦੁਨੀਆਵੀ ਮੁਸ਼ਕਲਾਂ ਬੜੀਆਂ ਛੋਟੀਆਂ ਨੇ ਸਾਧ ਸੰਗਤ, ਬਾਬਿਆਂ ਨੇ ਤੇ ਉਹ ਪੂਰਨੇ ਪਾਏ ਨੇ, ਜਿਨ੍ਹਾਂ ਦੀ